ਮੈਨੂੰ ਬਹੁਤ ਵਾਰ ਐਵੇਂ ਫੀਲ ਹੁੰਦਾ ਸੀਗਾ ਕਿ ਯਾਰ ਮੈਂ ਥੋੜੀ ਦੱਬੀ ਜੀ ਫੀਲ ਕਰ ਰਹੀ ਹਾਂ। ਤੇ ਜਦ ਮੈਂ ਬਾਹਰ ਗਈ ਉੱਥੇ ਰਹਿ ਰੂ ਕੇ ਆਈ ਦੈਨ ਆਈ ਸੌ ਕਿ ਮਤਲਬ ਕੁੜੀਆਂ ਐਵੇਂ ਵੀ ਜੀ ਸਕਦੀਆਂ ਨੇ, ਇੰਨਾ ਖੁੱਲ੍ਹ ਕੇ ਵੀ ਰਹਿ ਸਕਦੀਆਂ ਨੇ। ਆਦਮੀ ਨੂੰ ਜਾਂ ਇੱਕ ਮੇਲ ਨੂੰ ਓਪਰਚੁਨਿਟੀ ਬਹੁਤ ਜ਼ਿਆਦਾ ਮਿਲਦੀ ਹੈ ਕਿ ਸਾਡੇ ਮੇਲ ਡਰਾਈਵਰਸ ਨੇ ਤਿੰਨ, ਕਿ ਉਹਨਾਂ ਨੂੰ ਜੌਬ ਕਿਤੇ ਵੀ ਮਿਲ ਜਾਏਗੀ ਐਜ਼ ਡਰਾਈਵਰਸ, ਉਹਨਾਂ ਨੂੰ ਜੌਬ ਕਿਤੇ ਵੀ ਮਿਲ ਜਾਏਗੀ। ਬਟ ਇਮੈਜਿਨ ਕਰੋ ਇੱਕ ਫੀਮੇਲ ਡਰਾਈਵਰ ਹੈ, ਉਹਨੂੰ ਕੌਣ ਦੇਗਾ ਜੌਬ, ਕੌਣ ਰੱਖੇਗਾ? ਕੋਈ ਸੀਰੀਅਸ ਹੀ ਨਹੀਂ ਲੈਂਦਾ। ਕਿਤੇ ਜਾਓ ਤੁਸੀਂ, ਫੋਰ ਐਗਜ਼ਾਮਪਲ ਆਪਾਂ ਜੇ ਕਿਤੇ ਮਾਰਕੀਟ ਵਿੱਚ ਜਾ ਕੇ ਕਿਸੇ ਸਪਲਾਇਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨਾ, ਕੋਈ ਸੀਰੀਅਸ ਨਹੀਂ ਲੈਂਦਾ। ਇਹ ਕੀ ਕਰਨਗੀਆਂ? ਅਸੀਂ ਕਹਿੰਦੇ ਕਿ ਸਾਨੂੰ ਇਹ ਸਮਾਨ ਦਿਖਾ ਦਿਓ। ਮੈਡਮ ਅਸੀਂ ਤਾਂ 100 ਪੀਸ ਕਰਦੇ ਹਾਂ, ਉਹ ਤੋਂ ਘੱਟ ਨਹੀਂ ਕਰਦੇ। ਭਰਾਵਾ ਅਸੀਂ 200 ਪੀਸ ਲੈਣੇ ਆ, ਤੂੰ ਸਾਨੂੰ ਐਂਟਰਟੇਨ ਤਾਂ ਕਰਨਾ। ਮੰਨੇ ਅਸੀਂ ਦਿਖਦੇ ਐਵੇਂ ਹੈ। ਮੈਨੂੰ ਜੇ ਸੀਰੀਅਸਲੀ ਆਪਣੇ ਆਪ ਨੂੰ ਪ੍ਰੂਵ ਕਰਨਾ ਹੈ, ਫਿਰ ਪਹਿਲੀ ਗੱਲ ਤਾਂ ਆਈ ਹੈਵ ਟੂ ਬੀ ਅ ਮੇਲ, ਮੈਨੂੰ ਆਦਮੀ ਬਣਨਾ ਪਏਗਾ। ਸ਼ਰਟ ਪੈਂਟ, ਇਫ ਆਈ ਐਮ ਅ ਮੈਨ ਆਈ ਕੈਨ, ਮੈਂ ਸਕਰਟ ਪਾ ਕੇ ਜੇ ਚੱਲ ਜਾਵਾਂ ਫਿਰ ਮੈਂ ਸੀਰੀਅਸਲੀ ਨਹੀਂ ਲੈ ਸਕਦੀ। ਜੇ ਮੈਂ ਟਰਾਂਸਜੈਂਡਰ ਹੈ ਫਿਰ ਮੈਂ ਸੀਰੀਅਸ ਨਹੀਂ ਲਿੱਤੀ ਜਾਊਂਗੀ। ਸਿਰਫ ਇੱਕ ਆਦਮੀ ਨੂੰ ਆਦਮੀ ਦੇ ਕੱਪੜਿਆਂ 'ਚ ਹੀ ਸੀਰੀਅਸ ਲਿੱਤਾ ਜਾ ਸਕਦਾ। ਮੈਂ ਔਰਤ ਵੀ ਹੋ ਸਕਦੀ ਹਾਂ, ਮੈਂ ਮਰਦ ਵੀ ਹੋ ਸਕਦੀ ਹਾਂ, ਮੈਂ ਦੋਨੋਂ ਵੀ ਹੋ ਸਕਦੀ ਹਾਂ। ਇਹ ਚੋਇਸ ਮੇਰੀ ਹੋਣੀ ਚਾਹੀਦੀ ਹੈ। ਸਿਰਫ ਮੇਰੇ ਰੈਪਰੋਡਕਟਿਵ ਔਰਗਨਸ ਨੂੰ ਲੈ ਕੇ ਡਿਫਾਈਨ ਨਹੀਂ ਕਰ ਸਕਦਾ ਕੋਈ। ਇਫ ਵੀ ਕੈਨ ਬ੍ਰਿੰਗ ਦ ਚੇਂਜ, ਸੋਸਾਇਟੀ ਤਾਂ ਆਪਣੇ ਆਪ ਹੋਏਗੀ। ਵੀ ਹੈਵ ਟੂ ਡੂ ਇਟ ਐਟ ਆਰ ਐਂਡ। ਇੱਕ ਟਾਈਮ ਤੇ ਫੈਮਿਲੀ ਦਾ ਸਪੋਰਟ ਵੀ ਸੀਗਾ, ਬਟ ਬਹੁਤ ਟਾਈਮ ਤੇ ਇਹ ਸੀਗਾ ਕਿ ਬਹੁਤ ਚੀਜ਼ਾਂ ਅਸੀਂ ਇਕੱਲੇ ਕੀਤੀਆਂ। ਸਦਰ ਬਾਜ਼ਾਰ ਜਾ ਕੇ ਰॉ ਮਟੀਰੀਅਲ ਲੈ ਕੇ ਆਉਣਾ, ਐਗਜ਼ੀਬਿਸ਼ਨਸ ਤੇ ਜਾ ਕੇ ਸਪਲਾਇਰਸ ਨੂੰ ਮਿਲਣਾ, ਵਧੀਆ ਚੀਜ਼ ਲੱਭਣ ਦੀ ਕੋਸ਼ਿਸ਼ ਕਰਨੀ ਜਿਹੜੀ ਮਾਰਕੀਟ ਨਾਲੋਂ ਅਲੱਗ ਹੈ, ਤਾਂ ਹੀ ਅਸੀਂ ਸਵਾਦ ਬੈਟਰ ਕਰ ਸਕਦੇ ਸੀ ਉਸ ਚੀਜ਼ ਦਾ। ਤੇ ਸਾਨੂੰ ਕਿਸੇ ਨੇ ਸੀਰੀਅਸ ਨਾ ਲੈਣਾ। ਮੇਰਾ ਗੁੱਸਾ ਨਹੀਂ ਕੋਈ ਸਹਿ ਸਕਦਾ। ਕਿਉਂ? ਕਿਉਂਕਿ ਕਿਆ ਮੈਂ ਔਰਤ ਔਰ ਮੈਨੂੰ ਗੁੱਸਾ ਕਰਨ ਦਾ ਵੀ ਹੱਕ ਨਹੀਂ? क्या मैनू मेरे अग्रैशन का हक नहीं? क्या वायलेंस करना क्या एक वो भी एंटाइटल्ड है, एक आदमी एंटाइटल्ड है? बेकरी सिर्फ एक हायर क्लास या अपर मिडिल क्लास या मिडिल क्लास ही रन कर सकती है। एक क्लास का भी सानू ना कीड़ा खाड़ के बाहर सुटना पेगा जद असी केक्ड वर्गी कम्यूनिटी बारे गल करिए। ਜਦੋਂ ਤੁਹਾਨੂੰ ਕੋਈ ਮੁਕਾਮ ਹਾਸਲ ਕਰਨਾ ਹੁੰਦਾ ਹੈ ਤਾਂ ਉਸ ਦੇ ਲਈ ਪੂਰਾ ਜ਼ੋਰ ਲਗਾਉਂਦੇ ਹੋ, ਫਿਰ ਸਕਸੈਸ ਤੁਹਾਡੇ ਪਿੱਛੇ ਆ ਪਾਉਂਦੀ ਹੈ। ਇਸ ਦੀ ਐਗਜ਼ਾਮਪਲ ਸੈੱਟ ਕੀਤੀ ਹੈ ਇਹਨਾਂ ਦੋ ਕੁੜੀਆਂ ਨੇ ਜਿਹੜੀਆਂ ਕਿ ਕੇਕਸ ਦਾ ਬਿਜ਼ਨਸ ਰਨ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਉੱਤੇ, ਮਨਪ੍ਰਿਆ ਤੇ ਨਵਨੀਤ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜਾ ਇਹਨਾਂ ਨੇ ਕੇਕਸ ਦਾ ਬਿਜ਼ਨਸ ਰਨ ਕੀਤਾ, ਇਸ ਦੇ ਵਿੱਚ ਸਿਰਫ ਤੇ ਸਿਰਫ ਕੁੜੀਆਂ ਹੀ ਕੰਮ ਕਰਦੀਆਂ ਨੇ। ਤਾਂ ਤੁਸੀਂ ਕਿਵੇਂ ਸੋਚਿਆ ਵੀ ਇੱਕ ਇਹੋ ਜਿਹਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਜਿਸ ਦੇ ਵਿੱਚ ਸਿਰਫ ਤੇ ਸਿਰਫ ਕੁੜੀਆਂ ਕੰਮ ਕਰਨ? ਸੋਚਿਆ ਨਹੀਂ ਸੀਗਾ ਕਿ ਸਿਰਫ ਕੁੜੀਆਂ ਕੰਮ ਕਰਨਗੀਆਂ, ਇਹ ਹੋ ਹੀ ਗਿਆ। ਬਿਕੋਜ਼ ਹਮੇਸ਼ਾ ਤੋਂ ਮੈਨੂੰ ਬਿਕੋਜ਼ ਮੈਂ ਵੀ ਕੁੜੀ ਸੀ, ਪੰਜਾਬ 'ਚ ਛੋਟੇ ਸ਼ਹਿਰ 'ਚ ਬਿਲਕੁਲ ਜੰਮੀ ਪਲੀ, ਅਤੇ ਮੈਨੂੰ ਐਵੇਂ ਲੱਗਿਆ ਕਿ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੇ ਆਸ-ਪਾਸ ਦੇ ਲੋਕ ਸੋਚਦੇ ਨਹੀਂ ਕਿ ਕੁੜੀਆਂ ਵੱਲ ਕਰ ਰਹੇ ਹੋ ਤੁਸੀਂ, ਬਟ ਉਹ ਕਰਦੇ ਰਹਿੰਦੇ ਨੇ। ਠੀਕ ਹੈ, ਅਤੇ ਨਜਾਇਜ਼ ਨਹੀਂ ਕੋਈ ਐਵੇਂ ਜਾਣ ਕੇ ਨਹੀਂ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ, ਬਟ ਸਾਡੀ ਸੁਸਾਇਟੀ ਐਵੇਂ ਬਣੀ ਹੋਈ ਹੈ ਨਾ, ਤਾਂ ਮਤਲਬ ਮੈਨੂੰ ਬਹੁਤ ਵਾਰ ਐਵੇਂ ਫੀਲ ਹੁੰਦਾ ਸੀਗਾ ਕਿ ਯਾਰ ਮੈਂ ਥੋੜ੍ਹੀ ਦੱਬੀ ਜੀ ਫੀਲ ਕਰ ਰਹੀ ਹਾਂ। ਅਤੇ ਜਦ ਮੈਂ ਬਾਹਰ ਗਈ ਉੱਥੇ ਰਹਿ ਰੂ ਕੇ ਆਈ ਦੈਨ ਆਈ ਸੌ ਕਿ ਮਤਲਬ ਕੁੜੀਆਂ ਐਵੇਂ ਵੀ ਜੀ ਸਕਦੀਆਂ ਨੇ, ਇੰਨਾ ਖੁੱਲ੍ਹ ਕੇ ਵੀ ਰਹਿ ਸਕਦੀਆਂ ਨੇ। ਔਰ ਜਦ ਬਿਜ਼ਨਸ ਸ਼ੁਰੂ ਕੀਤਾ ਅਤੇ ਮੈਂ ਜਦ ਮੇਰੀ ਮੰਮੀ ਦਾ ਸਲੋਨ ਸੀਗਾ ਤਾਂ ਉੱਥੇ ਵੀ ਕੁੜੀਆਂ ਕੰਮ ਕਰਦੀਆਂ ਸੀ। ਫਿਰ ਮੈਂ ਉਹਨਾਂ ਨੂੰ ਦੇਖਦੀ ਸੀਗੀ ਕਿ ਇਹ ਕੁੜੀਆਂ ਮੇਰੇ ਵਾਂਗੂ ਕਿਉਂ ਨਹੀਂ ਜੀ ਸਕਦੀਆਂ। ਬਸ ਉੱਥੋਂ ਹੀ ਐਵੇਂ ਲੱਗਿਆ ਕਿ ਕੇਕਡ 'ਚ ਵੀ ਪਹਿਲਾਂ ਕੁੜੀਆਂ ਹਾਇਰ ਕੀਤੀਆਂ, ਫਿਰ ਦੇਖਿਆ ਕਿ ਵਾਹ ਇਹ ਤਾਂ ਸਿੱਖ ਵੀ ਰਹੀਆਂ ਨੇ, ਮਤਲਬ ਇਹ ਮੇ ਬੀ ਵਨ ਡੇ ਮੇਰੇ ਜਿੰਨਾ ਖੁੱਲ੍ਹਾ ਸੋਚ ਕੇ ਖੁੱਲ੍ਹਾ
ਮਤਲਬ ਆਪਣੇ ਰੂਲਸ ਨੂੰ ਤੋੜ ਕੇ ਜੀ ਸਕਣਗੀਆਂ ਅਗਰ ਅਸੀਂ ਇਹਨਾਂ ਨੂੰ ਪੈਸੇ ਦਾ ਸਪੋਰਟ, ਸਕਿੱਲ ਦਾ ਸਪੋਰਟ, ਇਹ ਸਭ ਕੁਝ ਦੇ ਸਕੀਏ। ਤਾਂ ਬਸ ਉਹ 3-4 ਕੁੜੀਆਂ ਪਹਿਲਾਂ ਰੱਖੀਆਂ ਸੀ, ਉਸ ਤੋਂ ਬਾਅਦ ਉਹ ਵੱਧਦੀਆਂ ਗਈਆਂ। ਤੇ ਤੁਹਾਡਾ ਕੀ ਖਿਆਲ ਹੈ ਕੁੜੀਆਂ ਦੇ ਕੰਮ ਨੂੰ ਲੈ ਕੇ? ਮੈਨੂੰ ਬਸ ਇਹ ਹੈ ਕਿ ਆਦਮੀ ਨੂੰ ਜਾਂ ਇੱਕ ਮੇਲ ਨੂੰ ਓਪਰਚੁਨਿਟੀ ਬਹੁਤ ਜ਼ਿਆਦਾ ਮਿਲਦੀ ਹੈ ਕਿਤੇ ਵੀ। ਫੋਰ ਐਗਜ਼ਾਮਪਲ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਵੀ, ਤੁਸੀਂ ਔਰ ਮੈਂ ਗੱਲ ਕਰ ਰਹੇ ਸੀਗੇ ਕਿ ਸਾਡੇ ਮੇਲ ਡਰਾਈਵਰਸ ਨੇ 3, ਕਿ ਉਹਨਾਂ ਨੂੰ ਜੌਬ ਕਿਤੇ ਵੀ ਮਿਲ ਜੇਗੀ ਐਜ਼ ਡਰਾਈਵਰਸ, ਉਹਨਾਂ ਨੂੰ ਜੌਬ ਕਿਤੇ ਵੀ ਮਿਲ ਜੇਗੀ। ਬਟ ਇਮੈਜਿਨ ਕਰੋ ਇੱਕ ਫੀਮੇਲ ਡਰਾਈਵਰ ਹੈ, ਉਹਨੂੰ ਕੌਣ ਦੇਗਾ ਜੌਬ, ਕੌਣ ਰੱਖੇਗਾ? ਇੰਨੀ ਸਕੈਰਸਿਟੀ ਹੈਗੀ ਹੈ ਨਾ ਕਿ ਫੀਮੇਲਸ ਲਈ ਕੁਝ ਜੌਬਸ ਲਈ। ਅਤੇ ਬੇਕਰੀ ਬਿਜ਼ਨਸ 'ਚ ਸਪੈਸ਼ਲੀ ਜਾਂ ਫਿਰ ਕਿਸੇ ਵੀ ਫੂਡ F&B ਬਿਜ਼ਨਸ 'ਚ ਨਾ ਮੇਲ ਹੀ ਰਨ ਕਰਦੇ ਆ ਮੋਸਟਲੀ। ਜੇ ਤੁਸੀਂ ਦੇਖੋਗੇ ਪੇਸਟਰੀ ਸ਼ੈਫਸ, ਕਿਸੇ ਵੱਡੇ ਰੈਸਟੋਰੈਂਟ ਦੇ ਸ਼ੈਫਸ ਮੇਲ ਹੀ ਹੁੰਦੇ ਆ। ਐਂਡ ਵੀ ਥੋਟ ਕਿ ਸਾਨੂੰ ਇੱਕ ਇਹ ਵੈਕਿਊਮ ਬਣਿਆ ਹੋਇਆ ਹੈ, ਇਹਨੂੰ ਫਿਲ ਕਰਨਾ ਅਸੀਂ, ਆ ਵੋਇਡ ਨੂੰ, ਖਾਲੀ ਜਗ੍ਹਾ ਜਿਹੜੀ ਇੱਧਰ ਭਰਨਾ ਹੈ। ਤਦੋਂ ਓਪਰਚੁਨਿਟੀਜ਼ ਜਿਹੜੀ ਜੌਬ ਦੀ ਸੀਗੀਆਂ ਸਾਨੂੰ ਪ੍ਰੋਵਾਈਡ ਕਰਨੀ ਪਈਆਂ। ਔਰ ਇਹ ਕੋਈ ਮਜਬੂਰੀ 'ਚ ਨਹੀਂ ਅਸੀਂ ਕੀਤਾ, ਕਿਉਂਕਿ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਸੀਗੀ ਕਿ ਕੁਝ ਡੈਂਟ ਕ੍ਰੀਏਟ ਕਰ ਰਹੇ ਅਸੀਂ ਸੋਸਾਇਟੀ 'ਚ। ਇਸ ਲਈ ਅਸੀਂ ਸੋਚਿਆ ਕਿ ਕੁੜੀਆਂ ਹਾਇਰ ਕਰਦੇ। ਜਿਵੇਂ ਕਿਹਾ ਨਾ ਕਿ F&B 'ਚ ਇਕੱਲੇ ਮੇਲਸ ਹੈ, ਦੈਟ ਮਤਲਬ ਕਿ ਪ੍ਰੋਫੈਸ਼ਨਲੀ ਮੇਲਸ ਹੈ। ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ, ਮੈਂ ਕੁਝ ਦਿਨ ਪਹਿਲਾਂ ਅਸੀਂ ਨਵੀਂ ਗੱਡੀ ਲਿੱਤੀ ਸੀ, ਮੈਂ RTO ਆਫਿਸ ਪਟਿਆਲੇ ਗਈ, ਠੀਕ ਹੈ। ਐਂਡ RTO ਆਫਿਸ ਜਦ ਮੈਂ ਗਈ ਤਾਂ ਉਹਨਾਂ ਨੇ ਪਹਿਲਾਂ ਤਾਂ ਦੇਖ ਲਿਆ ਇਹ ਛੋਟੀ ਜਿਹੀ ਕੁੜੀ ਇਹ ਕਿੱਥੇ ਆ ਗਈ ਇੱਥੇ। ਫਿਰ ਮੈਂ ਪੁੱਛਾਂ, ਉੱਥੇ ਇੱਕ ਪੁਲਿਸ ਆਫਿਸਰ ਬੈਠੇ ਸੀ, ਮੈਂ ਉਹਨਾਂ ਨੂੰ ਪੁੱਛਿਆ ਜੀ ਮੈਨੂੰ ਦੱਸ ਦਿਓ ਮੈਂ ਕਿੱਥੇ ਜਾਵਾਂ। ਉਹਨਾਂ ਨੇ ਦੱਸਿਆ, ਫਿਰ ਮੈਨੂੰ ਇੱਕ ਕਮਰੇ 'ਚ ਭੇਜੇ। ਔਰ ਉੱਥੇ ਮੈਂ ਗੱਲ ਕਿਉਂ ਸ਼ੁਰੂ ਕੀਤੀ ਇਹ, ਮੈਂ 99.9% ਓਨਲੀ ਮੈਨ, ਮਤਲਬ ਸਿਰਫ ਆਦਮੀ ਲੋਕ ਉੱਥੇ ਕੰਮ ਕਰ ਰਹੇ ਸੀਗੇ। ਉਹ ਚਾਹੇ ਪੀਐਨ, ਕਲਰਕ, ਮੇਨ ਆਫੀਸ਼ੀਅਲ, ਸਿਰਫ ਸਿਰਫ ਇੱਕ ਜਨਾਨੀ ਸੀ ਉੱਥੇ, ਇੱਕ ਔਰਤ ਸੀਗੀ ਅਤੇ ਸਿਰਫ ਉਹੀ ਸੀ ਵਿਚਾਰੀ। ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ। ਮੈਂ ਉਹਨਾਂ ਕੋਲ ਮੁੜ ਮੁੜ ਕੇ ਚਲੀ ਜਾਵਾਂ, ਉਹ ਕਦੀ ਮੈਨੂੰ ਕਿਹੜੇ ਕਮਰੇ 'ਚ ਭੇਜਣ, ਕਦੀ ਮੈਨੂੰ ਕਿਹੜੇ ਕਮਰੇ 'ਚ ਭੇਜਣ। ਮੈਨੂੰ ਸੀਰੀਅਸਲੀ ਨਹੀਂ ਲਿੱਤਾ ਕਿਸੇ ਨੇ ਕਿ ਇਹਨੂੰ ਕਿੱਥੇ ਕਮਰਸ਼ੀਅਲ ਗੱਡੀ 'ਚ ਇਹਨੇ ਕਿਹੜੇ ਟੈਕਸ ਦੇਣੇ ਨੇ, ਮੈਨੂੰ ਕਿਸੇ ਨੇ ਸਿਰਫ ਐਕਸੈਪਟ ਉਹਨਾਂ ਨੇ ਮੈਨੂੰ ਇੱਕ ਉਹ ਸੀਗੇ, ਸਿਰਫ ਉਹਨਾਂ ਨੇ ਮੈਨੂੰ ਸੀਰੀਅਸਲੀ ਲਿੱਤਾ। ਅਤੇ ਇਵੈਂਚੁਅਲੀ ਬਹੁਤ ਔਖਾ ਮੈਂ ਉੱਥੇ ਕੰਮ ਕੀਤਾ। ਤਾਂ ਮਤਲਬ ਇਕੱਲੀ F&B ਛੱਡ ਦਿਓ, ਤੁਸੀਂ ਹਰ ਜਗ੍ਹਾ 'ਤੇ ਮੈਨ ਲਈ ਕੰਮ ਕਰਨਾ ਸੌਖਾ ਹੈ। ਨੋਟ ਬਿਕੋਜ਼ ਕਿ ਇਹਨਾਂ ਨੇ ਸਾਰਿਆਂ ਨੇ ਬੈਠ ਕੇ ਇਕੱਠੇ ਸੋਚਿਆ ਕਿ ਔਰਤਾਂ ਨੂੰ ਪੋਜੀਸ਼ਨ ਨਹੀਂ ਦੇਵਾਂਗੇ, ਇਹੋ ਜਿਹੀ ਕੋਈ ਕੌਨਸਪੀਰੇਸੀ ਨਹੀਂ ਹੋਈ। ਬਟ ਚੱਲਦਾ ਸੋਸਾਇਟੀ ਜੋ ਹੁਣ ਬਣ ਚੁੱਕੀ ਹੈ ਕਿ ਹਾਂ ਮੈਨ ਅੱਗੇ ਹੈ ਅਤੇ ਵੂਮਨ ਪਿੱਛੇ ਹੈ। ਬਿਲਕੁਲ ਬਿਲਕੁਲ ਇਹੀ ਮਤਲਬ ਪੇਟਰੀਆਰਕੀ ਕਹਿੰਦੇ ਆ ਨਾ ਅੰਗਰੇਜ਼ੀ 'ਚ, ਅਤੇ ਉਹ ਬਣ ਗਿਆ ਹੈ ਇਹ। ਮੈਨੂੰ ਨਹੀਂ ਮਤਲਬ ਅਗਰ ਮੈਂ ਹਿਸਟਰੀ ਸਟੱਡੀ ਕਰਾਂ ਮੈਨੂੰ ਹੋਰ ਸਮਝ ਆਏਗੀ ਕਿੱਥੋਂ ਸ਼ੁਰੂ ਹੋਈ ਗੱਲ। ਬਟ ਇਹ ਉਵੇਂ ਬਣ ਹੀ ਗਿਆ ਕਿ ਤੁਸੀਂ ਗਵਰਨਮੈਂਟ ਆਫਿਸਿਸ ਚਲੇ ਜਾਓ, ਡਰਾਈਵਰਸ ਨੂੰ ਦੇਖ ਲਓ, ਢਾਬਿਆਂ 'ਤੇ ਚਲੇ ਜਾਓ, ਇੱਕ ਦੋ ਆਉਣਗੀਆਂ ਆਂਟੀਆਂ ਜਿਹੜੀਆਂ ਰੋਟੀਆਂ ਲਾਉਣ ਵਾਲੀਆਂ। ਬੇਸਿਕਲੀ ਢਾਬੇ 'ਤੇ ਆਪਾਂ ਨੂੰ ਨਹੀਂ ਦਿਖਦਾ, ਕਿਉਂਕਿ ਆਪਾਂ ਇਹ ਕਹਿ ਦਿੰਦੇ ਹਾਂ ਕਿ ਢਾਬਿਆਂ 'ਤੇ ਤਾਂ ਖਾਣਾ ਖਾਣ ਵੀ ਕਿਹਨਾਂ ਨੇ ਆਉਣਾ, ਟਰੱਕਾਂ ਵਾਲਿਆਂ ਨੇ ਆਉਣਾ, ਜ਼ਿਆਦਾਤਰ ਕਿਹਨਾਂ ਨੇ ਆਉਣਾ, ਤਾਂ ਇੱਥੇ ਲੇਡੀਜ਼ ਕੀ ਕੰਮ ਕਰਨਗੀਆਂ। ਬਿਲਕੁਲ ਬਿਲਕੁਲ। ਨਾਲੇ ਤੁਸੀਂ ਦੇਖੋਗੇ, ਜੇ ਮੰਨੂ ਨੂੰ ਦੇਖੋਗੇ ਜਾਂ ਮੈਨੂੰ ਦੇਖੋਗੇ, ਇੱਦਾਂ ਲੱਗਦਾ ਨਹੀਂ ਹੈ। ਆਈ ਥਿੰਕ ਸਾਡੇ ਹਾਵ ਭਾਵ ਤੋਂ ਵੀ ਐਵੇਂ ਲੱਗਦਾ ਹੈ ਕਿ ਐਵੇਂ ਰਿਲੈਕਸਡ ਕੁੜੀਆਂ ਹੈ, ਚਿਲ ਕਰ ਰਹੀਆਂ ਹੈ, ਮੰਮੀ ਡੈਡੀ ਦੇ ਪੈਸਿਆਂ 'ਤੇ ਐਸ਼ ਕਰ ਰਹੀਆਂ ਹੈ, ਅਤੇ ਕੋਈ ਸੀਰੀਅਸ ਹੀ ਨਹੀਂ ਲੈਂਦਾ। ਕਿਤੇ ਜਾਓ ਤੁਸੀਂ, ਫੋਰ ਐਗਜ਼ਾਮਪਲ ਆਪਾਂ ਜੇ ਕਿਤੇ ਮਾਰਕੀਟ ਵਿੱਚ ਜਾ ਕੇ ਕਿਸੇ ਸਪਲਾਇਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨਾ, ਕੋਈ ਸੀਰੀਅਸ ਨਹੀਂ ਲੈਂਦਾ। ਇਹ ਕੀ ਕਰਨਗੀਆਂ? ਅਸੀਂ ਕਹਿੰਦੇ ਕਿ ਸਾਨੂੰ ਇਹ ਸਮਾਨ ਦਿਖਾ ਦਿਓ, ਮੈਡਮ ਅਸੀਂ ਤਾਂ 100 ਪੀਸ ਕਰਦੇ ਹਾਂ, ਉਹ ਤੋਂ ਘੱਟ ਨਹੀਂ ਕਰਦੇ। ਭਰਾਵਾ ਅਸੀਂ 200 ਪੀਸ ਲੈਣੇ ਆ, ਤੂੰ ਸਾਨੂੰ ਐਂਟਰਟੇਨ ਤਾਂ ਕਰ ਨਾ। ਮੰਨਿਆ ਅਸੀਂ ਦਿਖਦੇ ਐਵੇਂ ਹੈ, ਪਰ ਅਗੇਨ ਮੈਨੂੰ ਜੇ ਸੀਰੀਅਸਲੀ ਆਪਣੇ ਆਪ ਨੂੰ ਪ੍ਰੂਵ ਕਰਨਾ ਹੈ, ਫਿਰ ਪਹਿਲੀ ਗੱਲ ਤਾਂ ਆਈ ਹੈਵ ਟੂ ਬੀ ਅ ਮੇਲ, ਮੈਨੂੰ ਆਦਮੀ ਬਣਨਾ ਪਏਗਾ। ਫਿਰ ਮੈਨੂੰ ਆਦਮੀ ਵਾਲੇ ਕੱਪੜੇ ਪਾਉਣੇ ਪੈਣਗੇ, ਆਦਮੀ ਵਾਲੇ ਮਤਲਬ ਸ਼ਰਟ ਪੈਂਟ, ਹੈ ਨਾ। ਇਫ ਆਈ ਐਮ ਅ ਮੈਨ ਮੈਂ ਸਕਰਟ ਪਾ ਕੇ ਜੇ ਚੱਲ ਜਾਵਾਂ ਫਿਰ ਮੈਂ ਸੀਰੀਅਸਲੀ ਨਹੀਂ ਲੈ ਸਕਦੀ। ਜੇ ਮੈਂ ਟਰਾਂਸਜੈਂਡਰ ਹੈ ਫਿਰ ਮੈਂ ਸੀਰੀਅਸਲੀ ਨਹੀਂ ਲਿੱਤੀ ਜਾਊਂਗੀ। ਸਿਰਫ ਇੱਕ ਆਦਮੀ ਨੂੰ ਆਦਮੀ ਦੇ ਕੱਪੜਿਆਂ 'ਚ ਹੀ ਸੀਰੀਅਸ ਲਿੱਤਾ ਜਾ ਸਕਦਾ। ਪਰ ਇੱਕ ਗੱਲ ਹੋਰ ਹੈ, ਜਿੱਦਾਂ ਆਪਾਂ ਕੁੜੀਆਂ ਕਹਿ ਲਈਏ, ਕੁੜੀਆਂ ਨੇ ਅਤੇ ਦੂਜੇ ਤਰੀਕੇ ਨਾਲ ਆਪਾਂ ਇੱਕ ਉਹ ਕੁੜੀਆਂ ਨੇ ਜਿਹੜੀਆਂ ਖੁੱਲ੍ਹ ਕੇ ਜਿੰਦੀਆਂ ਨੇ, ਜਿਵੇਂ ਤੁਸੀਂ ਆਪਣੀ ਗੱਲ ਕੀਤੀ ਆ, ਹੈ ਨਾ, ਬਿਲਕੁਲ ਖੁੱਲ੍ਹ ਕੇ ਜੀ ਰਹੀਆਂ ਨੇ। ਅਤੇ ਉਹ ਜਦੋਂ ਬੋਇਜ਼ ਵਾਂਗ ਰਹਿੰਦੀਆਂ ਨੇ ਕਿ ਹਾਂ ਜਿਵੇਂ ਤੁਸੀਂ ਹੇਅਰ ਕੱਟ ਕਰਾ ਲਿਆ, ਤਾਂ ਉਹਨੂੰ ਵੀ ਆਪਾਂ ਐਵੇਂ ਕਹਾਂਗੇ ਕਿ ਮੁੰਡਿਆਂ ਵਰਗੀ ਕੁੜੀ, ਇੱਦਾਂ ਕਹਿ ਦਿੰਦੇ ਹਾਂ ਕਿ ਉਦੋਂ ਵੀ ਟੌਮ ਬੋਏ, ਮਤਲਬ ਇੱਦਾਂ ਕਹਿ ਦਿੰਦੇ ਹਾਂ ਵੀ ਲਾਈਕ ਫਿਰ ਵੀ ਆਪਾਂ ਮੁੰਡਿਆਂ ਨੂੰ ਪ੍ਰਮੋਟ ਕਰ ਰਹੇ ਹਾਂ।
ਬਿਲਕੁਲ ਦੇਖੋ ਜਿਹੜੀ ਇਹ ਗੱਲ ਹੈ ਨਾ ਕਿ ਇਹ ਕੁੜੀ ਮੁੰਡਿਆਂ ਵਾਂਗੂ ਰਹਿੰਦੀ ਹੈ ਤੇ ਇਹ ਇਹੋ ਜਿਹੀ ਗੱਲ ਨਹੀਂ ਕਿ ਮੇਰੇ ਤੇ ਵੀ ਇਹ ਕਿਸੇ ਨੇ ਮੈਨੂੰ ਬਹੁਤ ਵਾਰ ਕਿਹਾ ਗਿਆ ਤੂੰ ਟੌਮ ਬॉय ਹੈ। ਅਸੀਂ ਇੱਕ ਵਾਰ ਪਿੰਡ 'ਚ ਚਲੇ ਗਏ, ਕਿਸੇ ਕੁੜੀ ਦਾ ਚੱਕਰ ਹੋਇਆ ਸੀ, ਅਸੀਂ ਹੁਣ ਬਚਾਉਣ ਚਲੇ ਗਏ। ਰਸਤੇ 'ਚ ਇੱਕ ਅੰਕਲ ਜੀ ਬੈਠੇ ਸੀ, ਮੈਂ ਉਹਨਾਂ ਤੋਂ ਰਸਤਾ ਪੁੱਛਿਆ ਉਤਾਰ ਕੇ, ਉਹ ਕਹਿੰਦਾ ਵੀਰੇ ਇੱਧਰ ਨੂੰ ਚਲਾ ਜਾ, ਠੀਕ ਹੈ। ਐਂਡ ਮਤਲਬ ਫਿਰ ਅਸੀਂ ਇੱਥੇ ਦੁਖਨੀਵਾਰਨ ਦੇ ਬਾਹਰ ਖੜੇ ਸੀ ਇੱਕ ਟਾਈਮ, ਇੱਕ ਦੋ ਬੱਚੇ ਜਿਹੇ ਆਏ, ਵੀਰੇ ਮੇਰੇ ਤੋਂ ਬਲੂਨ ਲੈ ਲੈ। ਮੈਂ ਕਿਹਾ ਪਹਿਲਾਂ ਵੀਰੇ ਨਾ ਬੁਲਾ ਮੈਨੂੰ, ਠੀਕ ਹੈ, ਪਹਿਲਾਂ ਦੀਦੀ ਕਹਿ, ਤੈਨੂੰ ਵੀਰੇ ਕਿਉਂ ਲੱਗ ਰਹੀ ਹੈ? ਮੈਂ ਕਿਉਂਕਿ ਮੇਰੇ ਬਾਲ ਐਵੇਂ ਕੱਟੇ ਨੇ। ਮੈਂ ਕਿਹਾ ਦੱਸ ਤੂੰ ਕਦੀ ਕੁੜੀ ਨੂੰ ਦੇਖਿਆ ਨਹੀਂ ਐਵੇਂ ਬਾਲ ਕੱਟੇ ਹੋਏ, ਠੀਕ ਹੈ। ਹੁਣ ਇਸ 'ਚ ਇਹ ਨਹੀਂ ਹੁੰਦਾ ਕਿ ਮੈਂ ਮਤਲਬ ਮੁੰਡਿਆਂ ਨੂੰ ਪ੍ਰਮੋਟ ਕਰ ਰਹੀ ਹਾਂ ਜਾਂ ਉਹਨਾਂ ਦੇ ਪਹਿਰਾਵੇ ਨੂੰ ਪ੍ਰਮੋਟ ਕਰ ਰਹੀ ਹਾਂ। ਮੇਰੇ ਲਈ ਕੰਫਰਟੇਬਲ ਹੈ ਛੋਟੇ ਵਾਲ ਰੱਖਣਾ, ਠੀਕ ਹੈ। ਮੈਨੂੰ ਲੱਗਦਾ ਹੈ ਕਿ ਮਤਲਬ ਪਰਸਨੈਲਿਟੀ ਹੁੰਦੀ ਹੈ ਨਾ ਇੱਕ, ਮਤਲਬ ਮੇਰੇ ਲਈ ਮੈਨੂੰ ਹਵਾ ਲੱਗਦੀ ਰਹਿੰਦੀ ਹੈ ਇੱਥੋਂ, ਮੈਨੂੰ ਉਹ ਬਾਲ ਟੁੱਟਦੇ ਨਹੀਂ ਹੈ, ਬਿਲਕੁਲ ਚੋਇਸ ਹੈ। ਔਰ ਇਸ ਦੇ ਵਿੱਚ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜੈਂਡਰ ਜਿਹੜਾ ਹੈ, ਜੈਂਡਰ ਕਿਆ ਹੁੰਦਾ, ਮੇਲ ਫੀਮੇਲ, ਰਾਈਟ। ਹੁਣ ਬਹੁਤ ਸਾਰੇ ਹੋਰ ਜੈਂਡਰਸ ਆ ਗਏ, ਮੈਂ 2 ਜੈਂਡਰਸ ਦੀ ਗੱਲ ਕਰਦੀ ਹਾਂ। ਅਤੇ ਜਿਹੜਾ ਜੈਂਡਰ ਹੈ ਨਾ, ਇਹ ਤੁਸੀਂ ਥੋਪ ਨਹੀਂ ਸਕਦੇ ਕਿਸੇ ਦੇ ਉੱਪਰ। ਮੈਂ ਕਿਸੇ ਵੀ ਤਰ੍ਹਾਂ ਜੀ ਸਕਾਂ। ਅੱਜ ਕੱਲ੍ਹ ਜਿਹੜੀ ਜਨਰੇਸ਼ਨ ਅੱਗੇ ਆ ਰਹੀ ਹੈ, ਮੇਰੇ ਕਜ਼ਨਸ ਹੈ, ਛੋਟੇ ਕਜ਼ਨਸ ਹੈ, ਅਸੀਂ ਕਿੰਨੀ ਜੈਂਡਰ ਨਿਊਟਰੈਲਿਟੀ ਦੀ ਗੱਲ ਕਰਦੇ ਹਾਂ, ਵਿਚ ਮੀਨਸ ਕਿ ਮੈਂ ਔਰਤ ਵੀ ਹੋ ਸਕਦੀ ਹਾਂ, ਮੈਂ ਮਰਦ ਵੀ ਹੋ ਸਕਦੀ ਹਾਂ, ਮੈਂ ਦੋਨੋਂ ਵੀ ਹੋ ਸਕਦੀ ਹਾਂ। ਇਹ ਚੋਇਸ ਮੇਰੀ ਹੋਣੀ ਚਾਹੀਦੀ ਹੈ। ਸਿਰਫ ਮੇਰੇ ਰਿਪਰੋਡਕਟਿਵ ਔਰਗਨਸ ਨੂੰ ਲੈ ਕੇ ਡਿਫਾਈਨ ਨਹੀਂ ਕਰ ਸਕਦਾ ਕੋਈ ਮੈਨੂੰ, ਠੀਕ ਹੈ। ਔਰ ਮੈਨੂੰ ਲੱਗਦਾ ਕਿ ਅਸੀਂ 21st ਸੈਂਚੁਰੀ 'ਚ ਇਹ ਗੱਲਾਂ ਤਾਂ ਬਹੁਤ ਨੋਰਮਲ ਹੋ ਜਾਣੀਆਂ ਚਾਹੀਦੀਆਂ ਨੇ, ਬਟ ਇਹ ਅਜੇ ਤੱਕ ਨੋਰਮਲ ਮੇਰੇ ਖਿਆਲ ਨਾਲ ਨਹੀਂ ਹੈਗੀਆਂ। ਮੈਂ ਤੁਹਾਡੇ ਤੋਂ ਇੱਕ ਚੀਜ਼ ਪੁੱਛਣਾ ਚਾਹਾਂਗੀ, ਕੋਈ ਇਹੋ ਜਿਹੀ ਚੀਜ਼ ਸੀਗੀ ਜਿਹੜੀ ਤੁਹਾਨੂੰ ਬਚਪਨ 'ਚ ਬਹੁਤ ਸਵਾਦ ਲੱਗਦੀ ਸੀ ਪਰ ਹੁਣ ਨਹੀਂ ਲੱਗਦੀ? ਹੁੰਦੀਆਂ ਨਾ। ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਮੈਨੂੰ ਬਚਪਨ 'ਚ ਸੇਬ ਬਹੁਤ ਸਵਾਦ ਲੱਗਦਾ ਸੀਗਾ, ਹੁਣ ਮੈਨੂੰ ਬਿਲਕੁਲ ਨਹੀਂ ਅੱਛਾ ਲੱਗਦਾ, ਹੁਣ ਮੈਨੂੰ ਸਿਰਫ ਗ੍ਰੇਪਸ ਅੱਛੇ ਲੱਗਦੇ ਹਨ। ਆਈ ਥਿੰਕ ਜੈਂਡਰ ਵੀ ਐਵੇਂ ਦੀ ਹੀ ਚੀਜ਼ ਹੈ, ਬਹੁਤ ਹੀ ਫਲੂਇਡ ਚੀਜ਼ ਹੈ। ਕੱਲ੍ਹ ਜੇ ਮੈਂ ਫੀਮੇਲ ਫੀਲ ਕਰ ਰਹੀ ਹਾਂ, ਅੱਜ ਮੈਂ ਮੈਸਕੂਲਿਨ ਫੀਲ ਕਰ ਸਕਦੀ ਹਾਂ। ਹੋਰ ਕੋਈ ਕੁਐਸਚਨ ਨਹੀਂ ਕਰ ਸਕਦਾ ਉਹ ਕਿ ਕਿਉਂਕਿ ਉਹ ਅੰਦਰੋਂ ਆ ਰਹੀ ਹੈ ਨਾ, ਬਾਹਰੋਂ ਤਾਂ ਨਹੀਂ ਆ ਰਹੀ ਉਹ ਚੀਜ਼। ਉਵੇਂ ਹੀ ਜਿਵੇਂ ਮੈਂ ਸੇਬ ਪਸੰਦ ਕਰ ਸਕਦੀ ਹਾਂ ਕੱਲ੍ਹ, ਅਤੇ ਅੱਜ ਨਹੀਂ ਕਰ ਸਕਦੀ। ਬਟ ਇਹ ਚੀਜ਼ ਆਪਾਂ ਸਮਝ ਸਕਦੇ ਹਾਂ ਜਿਸ ਦੇ ਨਾਲ ਹੋ ਰਹੀ ਹੋਵੇ, ਜਾਂ ਸਾਡੇ ਚਲੋ ਆਪਾਂ ਆਪਣੇ ਇੱਕ ਟਾਈਮ ਪੇਰੈਂਟਸ ਨੂੰ ਵੀ ਸਮਝਾ ਲਾਂਗੇ, ਪਰ ਸੁਸਾਇਟੀ ਬਿਗ ਇਸ਼ੂ ਸੁਸਾਇਟੀ ਹੈ। ਦੇਖੋ ਜਿਵੇਂ ਕਹਿੰਦੇ ਚੈਰਿਟੀ ਬਿਗਿਨਸ ਐਟ ਹੋਮ, ਹੈ ਨਾ। ਮਾਈਂਡਸੈਟ ਆਲਸੋ, ਚੇਂਜ ਆਫ ਮਾਈਂਡਸੈਟ ਆਲਸੋ ਬਿਗਿਨਸ ਐਟ ਹੋਮ। ਜੇ ਤੁਸੀਂ ਇੰਨਾ ਕੁ ਸਟੈਪ ਲੈ ਲਓ ਕਿ ਤੁਸੀਂ ਆਪਣਾ ਮਾਈਂਡਸੈਟ ਚੇਂਜ ਕਰ ਲਓ, ਹਲਕਾ ਜਿਹਾ ਘੁਮਾਉਣਾ ਹੀ ਹੈ, ਇੱਧਰ ਤੋਂ ਇੱਧਰ ਘੁਮਾਉਣਾ ਹੈ, ਅਤੇ ਤੁਸੀਂ ਆਪਣੇ ਪੇਰੈਂਟਸ ਦਾ ਵੀ ਜਾਂ ਫਰੈਂਡਸ ਦਾ ਕਰਨ ਦੀ ਕੋਸ਼ਿਸ਼ ਕਰੋ। ਆਈ ਥਿੰਕ ਸੋਸਾਇਟੀ ਬਣਦੀ ਕਿੱਧਰੋਂ ਹੈ? ਸਾਡੇ ਪੇਰੈਂਟਸ ਤੋਂ, ਸਾਡੇ ਫਰੈਂਡਸ ਤੋਂ, ਸਾਡੇ ਆਲੇ ਦੁਆਲੇ ਦੇ ਅਸੀਂ ਬਣਾਉਂਦੇ ਹਾਂ। ਜੇ ਇਫ ਵੀ ਕੈਨ ਬ੍ਰਿੰਗ ਦ ਚੇਂਜ, ਸੋਸਾਇਟੀ ਤਾਂ ਆਪਣੇ ਆਪ ਹੋਏਗੀ। ਵੀ ਹੈਵ ਟੂ ਡੂ ਇਟ ਐਟ ਆਰ ਐਂਡ। ਪਹਿਲਾਂ ਹੋਰਾਂ ਨੂੰ ਤਾਂ ਚੇਂਜ ਕਰਨਾ ਬਾਹਲਾ ਔਖਾ ਹੈ, ਉਹ ਤਾਂ ਪਹਿਲਾਂ ਆਪਣੇ ਆਪ ਕਰ ਲਈਏ ਅਸੀਂ, ਫਿਰ ਤਾਂ ਸਭ ਕੁਛ ਔਖਾ ਹੋ ਹੀ ਜਾਣਾ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਹੜੀਆਂ ਇਹ 2 ਕੁੜੀਆਂ ਤੁਸੀਂ ਦੇਖ ਰਹੇ ਹੋ, ਬੜਾ ਹੀ ਵਧੀਆ ਬਿਜ਼ਨਸ ਜਿਹੜਾ ਉਹ ਰਨ ਕਰ ਰਹੀਆਂ ਨੇ। ਕੇਕਡ ਇੰਡੀਆ ਪੇਜ ਤੁਸੀਂ ਜ਼ਰੂਰ ਇੰਸਟਾਗ੍ਰਾਮ 'ਤੇ ਫੋਲੋ ਵੀ ਕੀਤਾ ਹੋਣਾ, ਅਤੇ ਹੁਣ ਤੁਹਾਨੂੰ ਪਤਾ ਲੱਗੇਗਾ ਕਿ ਇਹ 2 ਕੁੜੀਆਂ ਜਿਹੜੀਆਂ ਨੇ ਇਹ ਚਲਾ ਰਹੀਆਂ ਨੇ। ਅਤੇ ਆਓ ਫਿਰ ਇਹਨਾਂ ਦੇ ਬਿਜ਼ਨਸ ਬਾਰੇ ਵੀ ਗੱਲ ਕਰ ਲੈਂਦੇ ਹਾਂ। ਤੁਸੀਂ ਕਿਵੇਂ ਇਹ ਸਾਰੇ ਬਿਜ਼ਨਸ ਦੀ ਸ਼ੁਰੂਆਤ ਕੀਤੀ, ਅਤੇ ਹੁਣ ਸਿਰਫ ਅਤੇ ਸਿਰਫ ਕੁੜੀਆਂ ਹੀ ਨੇ, ਤੁਸੀਂ 2 ਵੀ ਕਿਵੇਂ ਸ਼ੁਰੂ ਕੀਤਾ? ਕਿਹੜੀਆਂ ਪ੍ਰੋਬਲਮਸ ਤੁਹਾਨੂੰ ਆਈਆਂ? ਸ਼ੁਰੂ ਐਵੇਂ ਹੀ ਹੋਇਆ ਕਿ ਮੇਰੇ ਪਾਪਾ ਸਿੱਖ ਕੇ ਆਏ ਸੀ, ਉਹਨਾਂ ਨੇ ਮੇਰੇ ਬ੍ਰਦਰ ਔਰ ਮੈਨੂੰ ਸਿਖਾਉਣਾ ਸ਼ੁਰੂ ਕੀਤਾ, ਅਤੇ ਬਸ ਸਿੱਖਦੀ ਥੋੜ੍ਹਾ ਇੰਟਰਸਟ ਪੈ ਗਿਆ। ਮੈਂ ਕਰਨ ਲੱਗ ਗਈ, ਰਿਸਰਚ ਬਹੁਤ ਕਰਨ ਲੱਗ ਗਈ। 2-3 ਕੁੜੀਆਂ ਨਾਲ ਰੱਖੀਆਂ ਹੋਈਆਂ ਸੀ, ਹੋਰ ਬਣਾਉਣ ਲੱਗ ਗਏ। ਮੈਨੂੰ ਆਈ ਥਿੰਕ ਆਪਣੀ ਪਹਿਲਾਂ ਗੱਲ ਹੋਈ ਸੀ ਇਸ ਬਾਰੇ ਕਿ ਇਹ ਕੇਕ ਜਿਹੜੇ ਹੁੰਦੇ ਨੇ ਡਿਜ਼ਾਈਨਰ ਸਵਾਦ ਨਹੀਂ ਹੁੰਦੇ, ਹੈ ਨਾ, ਕਿ ਹਾਰਡ ਹੁੰਦੇ ਅੰਦਰੋਂ, ਹੈ ਨਾ। ਅਤੇ ਮੈਨੂੰ ਉੱਪਰ ਚੀਨੀ ਹੁੰਦੀ ਹੈ ਐਂਡ ਆਲ ਆਫ ਦੈਟ। ਮੈਨੂੰ ਬਹੁਤ ਕੰਸਰਨ ਸੀਗਾ ਕਿ ਜੇ ਅਸੀਂ ਬਣਾਵਾਂਗੇ ਇਹ ਚੀਜ਼ ਤਾਂ ਸਵਾਦ ਵੀ ਹੋਣੀ ਚਾਹੀਦੀ ਹੈ। ਤਾਂ ਅਸੀਂ ਮਤਲਬ ਮੈਨੂੰ ਯਾਦ ਹੈ 6 ਮਹੀਨੇ ਲੱਗ ਗਏ ਸੀ ਮੈਨੂੰ ਸਿਰਫ ਡਿਵੈਲਪ ਕਰਦੇ ਅੰਦਰ ਕਰੀਮ ਕਿਹੜੀ ਪਏਗੀ ਉਸ ਟਾਈਮ 'ਤੇ। ਤਾਂ ਪ੍ਰੋਬਲਮਸ, ਅਗਰ ਤੁਸੀਂ ਪ੍ਰੋਬਲਮਸ ਦੀ ਗੱਲ ਕਰੋ, ਪ੍ਰੋਬਲਮਸ ਕਿਵੇਂ ਆਈਆਂ? ਦੇਖੋ ਹੁਣ ਮੈਂ ਜਿੰਨਾ ਮਰਜ਼ੀ ਨਾ ਆਪਣੇ ਜੈਂਡਰ ਨੂੰ ਇਸ 'ਚੋਂ ਹਟਾਉਣ ਦੀ ਕੋਸ਼ਿਸ਼ ਕਰ ਜਾ, ਤਾਂ ਵਾਪਸ ਗੱਲ ਉਸ 'ਤੇ ਹੀ ਆ ਜਾਂਦੀ ਹੈ ਕਿ ਮੈਂ ਕੁੜੀ ਸੀਗੀ, ਕੁੜੀ ਨੇ ਬਿਜ਼ਨਸ ਸ਼ੁਰੂ ਕੀਤਾ,
ਠੀਕ ਹੈ। ਇੱਕ ਟਾਈਮ ਤੇ ਫੈਮਿਲੀ ਦਾ ਸਪੋਰਟ ਵੀ ਸੀਗਾ, ਬਟ ਬਹੁਤ ਟਾਈਮ ਤੇ ਇਹ ਸੀਗਾ ਕਿ ਬਹੁਤ ਚੀਜ਼ਾਂ ਅਸੀਂ ਇਕੱਲੇ ਕੀਤੀਆਂ। ਸਦਰ ਬਾਜ਼ਾਰ ਜਾ ਕੇ ਰॉ ਮਟੀਰੀਅਲ ਲੈ ਕੇ ਆਉਣਾ, ਸਪਲਾਇਰਸ ਨੂੰ ਮਿਲਣਾ, ਐਗਜ਼ੀਬਿਸ਼ਨਸ ਤੇ ਜਾ ਕੇ ਸਪਲਾਇਰਸ ਨੂੰ ਮਿਲਣਾ, ਵਧੀਆ ਚੀਜ਼ ਲੱਭਣ ਦੀ ਕੋਸ਼ਿਸ਼ ਕਰਨੀ ਜਿਹੜੀ ਮਾਰਕੀਟ ਨਾਲੋਂ ਅਲੱਗ ਹੈ, ਤਾਂ ਹੀ ਅਸੀਂ ਸਵਾਦ ਬੈਟਰ ਕਰ ਸਕਦੇ ਸੀ ਉਸ ਚੀਜ਼ ਦਾ। ਤੇ ਸਾਨੂੰ ਕਿਸੇ ਨੇ ਸੀਰੀਅਸ ਨਾ ਲੈਣਾ। ਸਪਲਾਇਰਸ ਨੇ ਜਾ ਕੇ ਆਹਾਰ ਲੱਗਦੀ ਹੈ, ਬਹੁਤ ਵੱਡਾ ਫੂਡ ਐਗਜ਼ੀਬਿਸ਼ਨ ਹੈ, ਅਸੀਂ ਉੱਥੇ ਚਲੇ ਜਾਂਦੇ। ਫੂਡ ਉੱਥੇ ਸਾਡੇ ਲੱਗਿਆ ਹੁੰਦਾ ਕਿ ਅਸੀਂ ਮਨਪ੍ਰਿਆ ਮਾਖਨੀ ਐਂਟਰਪ੍ਰੈਨਿਓਰ ਫਰੋਮ ਕੇਕਡ ਇੰਡੀਆ, ਠੀਕ ਹੈ। ਤਾਂ ਉਹਨਾਂ ਨੇ ਸੀਰੀਅਸਲੀ ਨਹੀਂ ਲੈਣਾ। ਉੱਥੇ ਤਾਂ ਕੁਰਸੀਆਂ ਟੇਬਲ ਲੱਗੇ ਹੁੰਦੇ ਹਰ ਸਟਾਲ ਦੇ ਵਿੱਚ। ਮੈਂ ਜਾਂਦੀ, ਮੈਨੂੰ ਬਿਠਾਉਂਦੇ ਨਾ, ਹੋਰ ਕੋਈ ਮੁੰਡਾ ਜਾਂ ਅੰਕਲ ਕੋਈ ਆਉਂਦੇ ਉਹਨਾਂ ਨੂੰ 1 ਮਿੰਟ 'ਚ ਬਿਠਾ ਲੈਂਦੇ, ਜਦ ਕਿ ਮੈਂ ਉਹਨਾਂ ਦੀ ਰੀਅਲ ਕਸਟਮਰ ਮੈਂ ਹਾਂ। ਪਰ ਉਹਨਾਂ ਨੇ ਮੈਨੂੰ, ਬਿਕੋਜ਼ ਮੈਂ ਕੁੜੀ ਸੀ, ਹੁਣ ਦੇਖ ਕੇ ਉਹਨਾਂ ਨੇ ਮੈਨੂੰ ਐਂਟਰਟੇਨ ਹੀ ਨਹੀਂ ਕਰਨਾ। ਸਦਰ ਬਾਜ਼ਾਰ 'ਚ ਚਲੇ ਜਾਂਦੇ, ਮੈਡਮ ਤੁਹਾਡਾ ਨਹੀਂ ਇੱਥੇ ਪੁੱਗਣਾ ਜੀ, ਅੱਗੇ ਜਾਓ, ਅੱਗੇ ਕਿਤੋਂ ਲੈ ਲਓ, ਜਿਹੜੇ 10 ਪੀਸ ਦੇ ਦੇਣਗੇ, 20 ਪੀਸ ਦੇ ਦੇਣਗੇ। ਇੱਥੇ ਅਸੀਂ 500 1000 ਪੀਸ ਲੈਣ ਵਾਲੇ। ਜੋ ਬਦਲੀ ਚੀਜ਼ ਕਿ ਆਈਆਂ, ਪ੍ਰੋਬਲਮਸ ਬਹੁਤ ਆਈਆਂ, ਸਪਲਾਇਰਸ ਨੂੰ ਲੈ ਕੇ ਪ੍ਰੋਬਲਮਸ ਆਈਆਂ, ਕੰਮ ਨੂੰ ਲੈ ਕੇ ਪ੍ਰੋਬਲਮਸ ਆਈਆਂ। ਡਰਾਈਵਰਸ ਨੂੰ ਅਸੀਂ ਹਾਇਰ ਕਰਦੇ ਸੀਗੇ, ਅਤੇ ਸਾਡੇ ਇੱਕ ਬਹੁਤ ਪੁਰਾਣੇ ਡਰਾਈਵਰ ਹੈ ਜਿਹੜੇ ਹਾਲੇ ਵੀ ਸਾਡੇ ਨਾਲ ਹੈ, ਬਟ ਜਦ ਵੀ ਅਸੀਂ ਡਰਾਈਵਰਸ ਨੂੰ ਹਾਇਰ ਕਰਦੇ ਸੀ, ਮੇਲ ਕਰਦੇ ਸੀ, ਠੀਕ ਹੈ। ਅਸੀਂ ਉਹ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਮਨ ਡਰਾਈਵਰਸ ਹੋਣ ਸਾਰੀਆਂ ਸਾਡੇ ਨਾਲ। ਤਾਂ ਉਹਨਾਂ ਡਰਾਈਵਰਸ ਨੇ ਮੇਰੇ ਤੋਂ ਤਨਖਾਹ ਲੈਣੀ, ਮੇਰੇ ਅੰਡਰ ਕੰਮ ਕਰਨਾ, ਬਟ ਮੈਨੂੰ ਸੀਰੀਅਸਲੀ ਨਾ ਲੈਣਾ, ਜਾਂ ਮੇਰੇ ਪਾਪਾ ਨੂੰ ਸੀਰੀਅਸਲੀ ਲੈਣਾ, ਮੇਰੇ ਭਰਾ ਨੂੰ ਮੇਰੇ ਤੋਂ ਜ਼ਿਆਦਾ ਸੀਰੀਅਸਲੀ ਲੈਣਾ। ਮੈਨੂੰ ਲੱਗੇ ਕਮਾਲ ਹੈ ਯਾਰ, ਮਤਲਬ ਤੂੰ ਕੇਕਡ ਦਾ ਐਮਪਲੋਈ ਹੋ ਕੇ ਮੈਨੂੰ ਸੀਰੀਅਸਲੀ ਨਹੀਂ ਲੈ ਰਿਹਾ, ਠੀਕ ਹੈ। ਐਂਡ ਫਿਰ ਮੈਨੂੰ ਐਵੇਂ ਹੋਣਾ ਕਿ ਇਟਸ ਨਾਟ ਡਨ ਨਾ, ਮਤਲਬ ਮੈਂ ਇੰਨੀ ਮਿਹਨਤ ਕਰਕੇ ਤੁਹਾਡੀ ਮਤਲਬ 30 ਜਣਿਆਂ ਦੀ ਰੋਟੀ ਪਾਣੀ ਅਸੀਂ ਚਲਾ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਫਿਰ ਤੁਸੀਂ ਐਟਲੀਸਟ ਰਿਸਪੈਕਟ ਨਾ ਦਿਓ ਜਦ ਅਸੀਂ ਤੁਹਾਨੂੰ ਵੀਰ ਜੀ ਕਰਕੇ ਬੁਲਾ ਰਹੇ ਹਾਂ, ਠੀਕ ਹੈ। ਔਰ ਇੱਧਰ ਜੇ ਮੇਰਾ ਬ੍ਰਦਰ ਹੁੰਦਾ ਉਸੀ ਜਗ੍ਹਾ 'ਤੇ, ਉਹਨੇ ਓਏ ਕਿੱਧਰ ਚੱਲਣਾ ਹੈ, ਕੀ ਕਰ ਰਹੇ ਹੈ, ਇੱਧਰ ਆ ਜਾ, ਠੀਕ ਹੈ। ਔਰ ਅਸੀਂ ਵੀਰ ਜੀ ਕਰਕੇ ਬੁਲਾ ਰਹੇ ਹਾਂ, ਲੇਕਿਨ ਸਾਡੇ ਵੱਲ ਤੁਹਾਨੂੰ ਰਿਸਪੈਕਟ ਨਹੀਂ, ਬਿਕੋਜ਼ ਅਸੀਂ ਜਨਾਨੀਆਂ। ਅਤੇ ਇਹੋ ਜਿਹੀਆਂ ਪ੍ਰੋਬਲਮਸ ਬਹੁਤ ਆਈਆਂ, ਐਂਡ ਹਾਲੇ ਵੀ ਆਉਂਦੀਆਂ ਨੇ। ਇਟਸ ਨਾਟ ਲਾਈਕ ਕਿ ਨਹੀਂ ਆਉਂਦੀਆਂ। ਮੇਰਾ ਅਗਰੈਸ਼ਨ, ਮੈਂ ਤੁਹਾਨੂੰ ਦੱਸਾਂ, ਮੇਰੇ ਕੋਲ ਕੁੜੀਆਂ ਕੰਮ ਕਰਦੀਆਂ ਸੀਗੀਆਂ, ਅਤੇ ਜਦ ਕੁੜੀਆਂ ਨਹੀਂ ਸਹੀ ਕਰ ਰਹੀਆਂ ਤਾਂ ਤੁਹਾਨੂੰ ਪਤਾ ਕਿ ਇਹ ਕੁੜੀਆਂ ਨੇ, ਬਹੁਤ ਸਾਰੀਆਂ ਕੁੜੀਆਂ ਐਵੇਂ ਹੁੰਦੀਆਂ ਸਿੱਧਾ ਸਕੂਲ ਕਾਲਜ ਖਤਮ ਹੋਏ ਇੱਧਰ ਆ ਗਈਆਂ, ਉਹਨਾਂ ਨੇ ਕੋਈ ਹੋਰ ਕੰਮ ਦਾ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਕੋਲ, ਉਹਨਾਂ ਨੇ ਕਿਤੇ ਜਾ ਕੇ ਕੰਮ ਕੀਤਾ ਨਹੀਂ ਹੁੰਦਾ ਕਿ ਜਿਹੜਾ ਇੱਕ ਐਮਪਲੋਇਰ ਹੈ ਉਹ ਕਿਹੋ ਜਿਹਾ ਬਿਹੇਵ ਕਰੇਗਾ ਤੁਹਾਡੇ ਨਾਲ, ਠੀਕ ਹੈ। ਤਾਂ ਅਸੀਂ ਤਾਂ ਇਹਨਾਂ ਨੂੰ ਐਵੇਂ ਰੱਖਦੇ ਹਾਂ ਜਿਵੇਂ ਸਾਡੀਆਂ ਭੈਣਾਂ ਨੇ, ਬਟ ਕਦੀ ਕਦਾਰ ਤੁਹਾਨੂੰ ਸਟ੍ਰਿਕਟ ਵੀ ਹੋਣਾ ਪੈਂਦਾ, ਨਹੀਂ ਤਾਂ ਬਿਲਕੁਲ ਜੰਗਲ ਰਾਜ ਬਣ ਜਾਏਗਾ ਇੱਥੇ। ਤਾਂ ਜਦ ਮੈਂ ਸਟ੍ਰਿਕਟ ਹੋਣਾ, ਮੈਂ ਕੁਝ ਡਾਂਟਣਾ ਕਰਨਾ, ਅਤੇ ਵਿੱਚੋਂ 1-2 ਕੁੜੀਆਂ ਸਹਿੰਦੀਆਂ ਹੀ ਨਹੀਂ ਸੀਗੀਆਂ, ਮੇਰਾ ਗੁੱਸਾ ਨਹੀਂ ਸਹਿੰਦੀਆਂ ਸੀਗੀਆਂ। ਮੈਨੂੰ ਬੜਾ ਲੱਗਣਾ ਕਿ ਯਾਰ ਅਗਰ ਮੇਰੇ ਪਾਪਾ ਅਗਰ ਉਹ ਆ ਕੇ ਯੂਨਿਟ ਦੇ ਵਿੱਚ ਕੁਝ ਸਿਖਾ ਰਹੇ ਨੇ, ਅਗਰ ਉਹ ਇਹਨਾਂ ਨੂੰ ਡਾਂਟ ਦਿੰਦੇ ਨੇ ਤਾਂ ਉਹਨਾਂ ਨੂੰ ਇਹਦੀ ਉਸ ਚੀਜ਼ ਦੀ ਪ੍ਰੋਬਲਮ ਨਹੀਂ ਹੈ, ਲੇਕਿਨ ਮੇਰਾ ਗੁੱਸਾ ਨਹੀਂ ਕੋਈ ਸਹਿ ਸਕਦਾ। ਕਿਉਂ? ਕਿਉਂਕਿ ਕਿਆ ਮੈਂ ਔਰਤ ਔਰ ਮੈਨੂੰ ਗੁੱਸਾ ਕਰਨ ਦਾ ਵੀ ਹੱਕ ਨਹੀਂ? ਕਿਆ ਮੈਨੂੰ ਮੇਰੇ ਅਗਰੈਸ਼ਨ ਦਾ ਹੱਕ ਨਹੀਂ? ਕਿਆ ਵਾਇਲੈਂਸ ਕਰਨਾ ਕਿਆ ਇੱਕ ਉਹ ਵੀ ਐਂਟਾਈਟਲਡ ਹੈ, ਇੱਕ ਆਦਮੀ ਐਂਟਾਈਟਲਡ ਹੈ? ਸਮਝ ਰਹੇ ਹੋ? ਮੇਰੇ ਡਰਾਈਵਰਸ ਨੇ ਗੱਡੀ ਠੋਕਤੀ ਜਾ ਕੇ, ਹੁਣ ਮੈਂ ਕਿਆ ਕਰੂੰਗੀ? ਆਰਤੀ ਤਾਂ ਕਰੂੰਗੀ ਨਹੀਂ ਉਹਨਾਂ ਦੀ ਜਾ ਕੇ, ਠੀਕ ਹੈ ਨਾ, ਗਾਲੀ ਕੱਢੂੰਗੀ ਬਈ ਕਿਉਂ ਕੀਤਾ ਤੁਸੀਂ। ਮੈਨੂੰ ਉਸ ਚੀਜ਼ 'ਤੇ ਵੀ ਕੁਐਸਚਨ ਕੀਤਾ ਗਿਆ ਕਿ ਤੂੰ ਐਡਾ ਵੱਡਾ ਹੈ, ਤੇਰੇ ਤੋਂ ਤੂੰ ਫਿਰ ਵੀ ਇਹਨੂੰ ਐਵੇਂ ਬੋਲੀ। ਮੈਂ ਕਿਹਾ ਜੇ ਮੇਰਾ ਭਰਾ ਹਰ ਰੋਜ਼, ਠੀਕ ਹੈ, ਉਹਨੂੰ ਓਏ ਕਰਕੇ ਬੁਲਾਉਂਦਾ, ਜਦ ਕਿ ਉਹ ਮੇਰੇ ਤੋਂ ਵੀ ਛੋਟਾ ਹੈ ਮੇਰਾ ਭਰਾ, ਉਹ ਉਹਨੂੰ ਜਾ ਕੇ ਉੱਥੇ ਚਪੇੜ ਲਾ ਦਿੰਦਾ, ਤੁਸੀਂ ਕਹਿੰਦੇ ਠੀਕ ਹੈ ਜੀ ਲੋੜ ਸੀਗੀ, ਗੱਡੀ ਤੋੜਤੀ ਉਹਨੇ, 60,000 ਦਾ ਨੁਕਸਾਨ ਕਰਾਤਾ। ਲੇਕਿਨ ਮੈਂ ਕਿਉਂਕਿ ਕੁੜੀ ਹਾਂ ਤਾਂ ਤੁਸੀਂ ਮੇਰੇ ਇਸ ਐਕਸ਼ਨ ਨੂੰ ਵੀ ਕੁਐਸਚਨ ਕਰ ਰਹੇ ਹੋ, ਕਿਉਂਕਿ ਮੈਨੂੰ ਹੱਕ ਨਹੀਂ ਵਾਇਲੈਂਟ ਹੋਣ ਦਾ। ਔਰ ਮੈਨੂੰ ਦੱਸ ਦਿਓ ਕਿ ਇੱਕ ਬਿਜ਼ਨਸ ਚਲਾਉਣ ਲਈ ਤੁਹਾਨੂੰ ਅਗਰ ਪਿਆਰ ਦੀ ਲੋੜ ਹੈ, ਇੰਟੈਲੀਜੈਂਸ ਦੀ ਲੋੜ ਹੈ, ਸਮਾਰਟਨੈਸ ਦੀ ਲੋੜ ਹੈ, ਕਿਆ ਵਾਇਲੈਂਸ ਔਰ ਐਗਰੈਸ਼ਨ ਦੀ ਲੋੜ ਨਹੀਂ? ਵਾਇਲੈਂਸ ਔਰ ਐਗਰੈਸ਼ਨ ਆਉਂਦਾ ਹੀ ਹੈ ਕੰਮ ਦੇ ਨਾਲ। ਜ਼ਰੂਰਤ ਹੈ ਜੇ ਬਿਜ਼ਨਸ ਚਲਾਉਣਾ ਹੈ ਕਿ ਨਹੀਂ? ਬਿਲਕੁਲ, ਇੱਕ ਮੇਲ ਹੋਣਾ ਹੀ ਜ਼ਰੂਰੀ ਹੈ ਮੇਰੇ ਖਿਆਲ ਨਾਲ ਜੇ ਬਿਜ਼ਨਸ ਚਲਾਉਣਾ। ਜੇ ਕੁੜੀਆਂ ਨੇ ਚਲਾਉਣਾ ਫਿਰ ਤਾਂ ਇਹ ਕੁਝ ਸਹਿਣਾ ਪੈਣਾ। ਇੱਕ ਹੋਰ ਚੀਜ਼ ਜਿਹੜੀ ਆਈ ਥਿੰਕ ਇੰਪੋਰਟੈਂਟ ਹੈ ਇਸ ਟਾਈਮ 'ਤੇ ਗੱਲ ਕਰਨੀ, ਕਿ ਤੁਸੀਂ ਮੇਲ ਹੋ, ਫੀਮੇਲ ਹੋ, ਟਰਾਂਸ ਪਰਸਨ ਹੋ, ਜੋ ਵੀ ਹੋ ਤੁਸੀਂ, ਜੇ ਤੁਸੀਂ ਬਿਜ਼ਨਸ ਸਟਾਰਟ ਕੀਤਾ, ਆਪਣੇ ਆਪ ਸਟਾਰਟ ਕੀਤਾ, ਛੋਟੇ ਜਿਹੇ ਪਲੇਟਫਾਰਮ ਤੋਂ ਸਟਾਰਟ ਕੀਤਾ ਜਾਂ ਫਿਰ ਵੱਡੇ ਪਲੇਟਫਾਰਮ 'ਤੇ, ਡਜ਼ਨਟ ਮੈਟਰ ਕਿਵੇਂ ਸ਼ੁਰੂ ਕੀਤਾ, ਜੇ ਤੁਸੀਂ ਬਿਜ਼ਨਸ ਸ਼ੁਰੂ ਕੀਤਾ, ਕਿਸੇ ਵੀ ਟਾਈਪ ਦਾ ਕੰਮ ਸ਼ੁਰੂ ਕੀਤਾ ਹੈ ਨਾ, ਬਹੁਤ ਜ਼ਿਆਦਾ ਆਪਣੇ ਮੈਂਟਲ ਹੈਲਥ 'ਤੇ ਨਾ ਹੈਂਪਰ ਹੁੰਦਾ ਹੈ। ਹੋਰ ਇਹ ਕੋਈ ਵੀ ਸੀਰੀਅਸਲੀ ਨਹੀਂ ਲੈਂਦਾ, ਕੋਈ ਵੀ ਗੱਲ ਨਹੀਂ ਕਰਦਾ ਇਸ ਚੀਜ਼ ਬਾਰੇ ਕਿ ਆਪਣਾ ਮੈਂਟਲ ਹੈਲਥ ਤੁਹਾਨੂੰ ਸਟੇਬਲ ਰੱਖਣਾ ਪਏਗਾ। ਬਹੁਤ ਚੀਜ਼ਾਂ ਆਉਣਗੀਆਂ ਜਦ ਐਵੇਂ ਹੋਏਗਾ, 1 ਮਹੀਨਾ ਹੋਏਗਾ ਤੁਹਾਡਾ 1 ਸਾਲ 'ਚ, ਹਮੇਸ਼ਾ 1 ਅੱਧਾ ਮਹੀਨਾ ਹੁੰਦਾ ਹੈ
ਜਦ ਸਾਰੀ ਚੀਜ਼ਾਂ ਗਲਤ ਹੋਣੀਆਂ, ਗੱਡੀ ਖਰਾਬ ਹੋ ਗਈ, ਕਸਟਮਰ ਅਪਸੈਟ ਹੋ ਗਿਆ, ਕੋਈ EMPLOYE ਛੱਡ ਕੇ ਚਲਾ ਗਿਆ, ਆਪ 2-2 ਵਜੇ ਤੱਕ ਕੰਮ ਕਰ ਰਹੇ ਹੋ, ਐਵੇਂ ਦਾ ਇੱਕ ਅੱਧਾ ਮਹੀਨਾ ਹੁੰਦਾ ਹੈ। ਉਸ ਟਾਈਮ ਕਿਆ ਕਰੋ ਤੁਸੀਂ? ਆਪਣੀ ਮੈਂਟਲ ਹੈਲਥ ਨੂੰ ਇੰਪੋਰਟੈਂਸ ਦਿਓ ਨਾ ਦਿਓ, ਕਿਉਂਕਿ ਆਪਾਂ ਫਿਜ਼ੀਕਲ ਹੈਲਥ ਦੇ ਬਾਰੇ ਬਹੁਤ ਕਹਿੰਦੇ ਹਾਂ, ਬੁਖਾਰ ਹੋ ਗਿਆ ਚੱਲ ਪੁੱਤ ਕੋਈ ਨਾ ਤੂੰ ਛੁੱਟੀ ਲੈ ਲੈ, ਬਟ ਜੇ ਕੋਈ ਮੈਂਟਲ ਹੈਲਥ ਬਾਰੇ ਗੱਲ ਕਰੇ ਕਿ ਤੁਸੀਂ ਅਪਸੈਟ ਹੋ, ਤੁਸੀਂ 2 ਦਿਨ ਘਰ ਬੈਠੋ, ਛੁੱਟੀ ਲਓ, ਕੰਮ ਤਾਂ ਚੱਲਦਾ ਰਹੇਗਾ, ਕੰਮ ਤਾਂ ਕਦੀ ਵੀ ਨਹੀਂ ਰੁਕਿਆ, ਕੰਮ ਤਾਂ ਚੱਲਦਾ ਰਹੇਗਾ। 2 ਦਿਨ ਆਪਣੇ ਆਪ ਨੂੰ ਦਿਓ, ਕਿਉਂਕਿ ਅਸੀਂ ਮਨਪ੍ਰਿਆ ਹੋਰ ਮੈਂ ਆਪਣੀ ਮੈਂਟਲ ਹੈਲਥ ਨੂੰ ਕਦੀ ਵੀ ਪ੍ਰਾਇਓਰਿਟੀ ਨਹੀਂ ਦਿੱਤੀ। ਹੋਰ 5 ਸਾਲ ਕੰਮ ਕਰਨ ਤੋਂ ਬਾਅਦ ਹੁਣ ਰਿਅਲਾਈਜੇਸ਼ਨ ਹੋ ਰਹੀ ਹੈ ਸਾਨੂੰ ਕਿ ਜੇ ਅਸੀਂ ਥੋੜ੍ਹਾ ਇੰਪੋਰਟੈਂਸ ਆਪਣੀ ਮੈਂਟਲ ਹੈਲਥ ਨੂੰ ਦਿੰਦੇ ਤਾਂ ਜੋ ਗਰੋਥ ਅਸੀਂ 5 ਸਾਲ 'ਚ ਕੀਤੀ ਉਹ ਸ਼ਾਇਦ 3 ਸਾਲ 'ਚ ਕਰ ਸਕਦੇ ਸੀ। ਤੁਹਾਡੇ ਨਾਲ ਕਦੇ ਐਵੇਂ ਹੋਇਆ ਵੀ ਤੁਸੀਂ ਕਦੇ ਪੂਰੇ ਟੁੱਟ ਗਏ ਹੋ, ਯਾਰ ਹੁਣ ਤਾਂ ਨਹੀਂ ਹੋ ਰਿਹਾ ਮੇਰੇ ਤੋਂ ਕੰਮ, ਇਹ ਤਾਂ ਕੁਝ ਹੋਰ ਹੀ ਹੋ ਗਿਆ, ਕਦੇ ਐਵੇਂ ਹੋਇਆ? ਹੁਣ ਹੀ ਹੋਇਆ ਸੀ ਜੁਲਾਈ 'ਚ, ਬਹੁਤ ਵਾਰ ਹੁੰਦਾ ਹੈ, ਕਹਿ ਰਹੀ ਹਾਂ ਨਾ ਸਾਲ 'ਚ 1 ਮਹੀਨਾ ਹੁੰਦਾ ਉਹ। ਤੇ ਤੁਹਾਡੇ ਲਈ ਜੁਲਾਈ ਸੀ? ਮੇਰੇ ਲਈ ਵੀ ਜੁਲਾਈ ਸੀਗਾ, ਇਹਦੇ ਲਈ ਵੀ ਜੁਲਾਈ ਸੀਗਾ। ਲਾਈ ਸੀ। ਕੀ ਹੋਇਆ ਸੀ ਇਹ ਜਿਹਾ? ਮੈਂ ਉਹੀ ਤੁਹਾਨੂੰ ਪਹਿਲਾਂ ਡਰਾਈਵਰਸ ਵਾਲੀ ਗੱਲ ਦੱਸੀ ਸੀ। ਸਾਡੇ 2 ਡਰਾਈਵਰਸ ਪੁਰਾਣੇ, ਇੱਕ 5 ਸਾਲ ਪੁਰਾਣਾ, ਇੱਕ ਸਾਲ 2 ਸਾਲ ਪੁਰਾਣਾ, ਦੋਨੋਂ ਜਣੇ ਰਾਤ ਨੂੰ ਵਾਪਸ ਆ ਰਹੇ ਸੀ ਡਿਲੀਵਰੀਜ਼ ਦੇ ਕੇ ਕੇਕ ਦੀਆਂ, ਕਿਉਂਕਿ ਚੰਡੀਗੜ੍ਹ ਵਗੈਰਾ ਕੇਕ ਜਾਂਦੇ ਰਾਤ ਨੂੰ ਹੀ ਆਉਂਦੇ ਨੇ ਲੋਕ, ਅਤੇ ਨਾਲ ਸਾਡੀ ਕੁੜੀ ਨਾਲ ਆ ਰਹੀ ਸੀ ਉਸ ਰਾਤ ਨੂੰ ਚੰਡੀਗੜ੍ਹ ਤੋਂ ਹੀ, ਤਾਂ ਉਹ ਕੁੜੀ ਨਾਲ ਆ ਰਹੀ ਸੀ। ਮੈਨੂੰ ਫੋਨ ਕਰਦੇ ਨਹੀਂ ਇਹ, ਕਿਉਂਕਿ ਸਾਰਾ ਹੁਣ ਆਪਣੇ ਆਪ ਚੱਲਦਾ ਸਿਸਟਮ, ਮੈਨੂੰ ਲੋੜ ਨਹੀਂ ਪੈਂਦੀ ਮੈਨੂੰ ਫ਼ੋਨ ਕਰਨ ਦੀ। ਇਹ ਆਉਂਦੇ ਪਏ 9:30 ਵਜੇ ਮੈਨੂੰ ਮਿਸਡ ਕਾਲ ਆਈ, ਮੈਂ ਫ਼ੋਨ ਵਾਪਸ ਕੀਤਾ ਡਰਾਈਵਰ ਨੂੰ, ਮੈਨੂੰ ਫ਼ੋਨ 'ਤੇ ਸੁਣ ਗਿਆ ਸੀ ਕਿ ਪੀਤੀ ਹੋਈ ਹੈ, ਔਰ ਪੀਣਾ ਇਹਨਾਂ ਨੂੰ ਅਲਾਊਡ ਨਹੀਂ ਹੈ, ਅਸੀਂ ਚੈੱਕ ਕਰਦੇ ਹਾਂ ਆ ਕੇ ਅਲਕੋਹਲ ਮੀਟਰ, ਇਹਨੂੰ ਲੱਗਿਆ ਹੋਣਾ ਅਸੀਂ ਨਹੀਂ ਚੈੱਕ ਕਰਾਂਗੇ, ਅਤੇ ਸ਼ਰਾਬ ਪੀਤੀ ਹੋਈ। ਮੈਂ ਕਿਹਾ ਟੋ ਕਰਾ ਕੇ ਗੱਡੀ, 2 ਗੱਡੀਆਂ ਸੀ ਇਹਨਾਂ ਕੋਲ ਉਸ ਦਿਨ, ਮੈਂ ਕਿਹਾ ਟੋ ਕਰਾ ਕੇ ਗੱਡੀ ਪਿੱਛੇ ਸਾਡੇ ਦੋਸਤ ਦਾ ਵੈਡਿੰਗ ਪੈਲੇਸ ਸੀ, ਮੈਂ ਕਿਹਾ ਉੱਥੇ ਰਖਾ ਦਿਓ, ਨਹੀਂ ਤਾਂ ਨਵਨੀਤ ਦੇ ਘਰ ਰਖਾ ਦਿਓ, ਇਹਦਾ ਘਰ ਨੇੜੇ ਹੀ ਸੀਗਾ, ਮੈਂ ਕਿਹਾ ਰਖਾ ਦਿਓ ਕੋਈ ਗੱਲ ਨਹੀਂ, ਪੈਸੇ ਜਿੰਨੇ ਲੱਗਦੇ ਨੇ ਲਗਾ ਦਿਓ। ਹਾਂ ਦੂਜੀ ਚੱਲ ਰਹੀ ਸੀ, ਠੀਕ ਹੈ। ਅਤੇ ਇਹ ਜੀ ਇਹ ਹੋਇਆ, ਅਤੇ 2 ਘੰਟੇ ਬਾਅਦ ਮੈਂ ਫ਼ੋਨ ਕਰਦੀ ਹਾਂ, 2 ਘੰਟੇ 11:15 ਵਜੇ ਦਾ ਟਾਈਮ ਸੀ, 2 ਘੰਟੇ ਬਾਅਦ ਮੈਂ ਫ਼ੋਨ ਕੀਤਾ, ਮੈਂ ਕਿਹਾ ਜੀ ਚੱਲ ਪਏ ਹੋ ਰੱਖਿਆ ਗਿਆ ਸਭ ਕੁਛ। ਮੈਂ ਕੁੜੀ ਨੂੰ ਫ਼ੋਨ ਕੀਤਾ, ਸਾਡੀ ਮੇਨ ਸੇਲਸ ਵਾਲੀ ਕੁੜੀ ਆ, ਉਹ ਕਹਿੰਦੀ ਦੀਦੀ ਨਹੀਂ ਜੋ ਵੀ ਹਾਂ ਪੁਲਿਸ ਆ ਗਈ ਹੈ, ਜਿਹੜੇ ਵੀਰ ਜੀ ਨੇ ਜਿਹੜੇ ਪੁਰਾਣੇ ਡਰਾਈਵਰ ਨੇ ਉਹਨਾਂ ਨੇ ਗੱਡੀ 'ਚ ਕੋਈ ਗਲਾਸ ਪਿਆ ਸੀਗਾ, ਉਹ ਦੂਜੇ ਡਰਾਈਵਰ ਦੇ ਸਿਰ 'ਚ ਮਾਰਤਾ, ਤਾਂ ਸਿਰ ਫੋੜਤਾ ਰਾਤ ਨੂੰ 11:15 ਵਜੇ। ਕੱਲੀ ਕੁੜੀ ਮੇਰੀ ਉਹਨਾਂ ਨਾਲ, ਅਸੀਂ 2 ਘੰਟੇ ਦੂਰ ਬੈਠੇ, ਠੀਕ ਹੈ। ਫਿਰ ਅਸੀਂ ਭੱਜੇ, ਰਾਤ ਨੂੰ ਭੱਜੇ ਉੱਥੇ, ਅਪੈਰੈਂਟਲੀ ਉਹ ਦੂਜੇ ਡਰਾਈਵਰ ਨੇ ਆਹ ਡਰਾਈਵਰ ਜਿਹਨੇ ਸਿਰ ਫੋੜਿਆ ਸੀ ਉਹਦਾ ਨਾਂ ਲਾਤਾ ਸੀ, ਇਹਨੇ ਕੁੜੀ ਨੂੰ ਛੇੜਿਆ। ਆਸ-ਪਾਸ ਦੇ ਲੋਕਾਂ ਨੇ ਮੇਰੇ ਦੂਜੇ ਡਰਾਈਵਰ ਨੂੰ ਕੁੱਟ ਵੀ ਦਿੱਤਾ ਸੀਗਾ, ਠੀਕ ਹੈ। ਇਹ ਸਭ ਕੁਝ ਹੋਇਆ। ਇਹ ਸਭ ਕੁਝ ਹੋਣ ਤੋਂ ਬਾਅਦ ਫਿਰ ਨਾ ਅਸੀਂ ਵੈਲਿਊਜ਼ ਬਣਾਈਆਂ ਹੋਈਆਂ ਕੇਕ ਦੀਆਂ ਕਿ ਦਿਖਾਤੀਆਂ ਹਾਂ ਹਰ ਜਗ੍ਹਾ 'ਤੇ ਕਿ ਸਾਰੇ EMPLOYEES ਨੇ ਆਹ ਵੈਲਿਊ 'ਚ ਫੋਲ ਕਰਨਾ, ਠੀਕ ਹੈ। ਤਾਂ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਰਾਤ ਨੂੰ ਜਦ ਅਸੀਂ ਵਾਪਸ ਲੈ ਕੇ ਆਏ ਇਹਨਾਂ 3 ਜਣਿਆਂ ਨੂੰ, ਅਤੇ ਅਸੀਂ ਡਿਸਾਈਡ ਕੀਤਾ ਕਿ ਦੋਨੋਂ ਡਰਾਈਵਰ ਸਾਡੀ ਵੈਲਿਊ 'ਚ ਫੋਲ ਨਹੀਂ ਕਰਦੇ, ਅਸੀਂ ਦੋਨਾਂ ਨੂੰ ਫਾਇਰ ਕਰਤਾ। ਅਗਲੇ ਦਿਨ ਤੋਂ ਮੈਂ ਡਿਲੀਵਰੀਆਂ ਦੇਣ ਚਲੀ ਗਈ, ਠੀਕ ਹੈ। ਫਿਰ ਮਤਲਬ ਜਿੱਥੇ ਮੈਂ ਆਫਿਸ 'ਚ ਬੈਠੀ ਹਾਂ ਇਹ ਸੋਚ ਰਹੀ ਹਾਂ ਕਿ ਮੈਂ ਕੇਕ ਨੂੰ 10 ਯੂਨਿਟ ਕਿਵੇਂ ਬਣਾਵਾਂ, ਉੱਥੇ ਮੈਂ ਅਗਲੇ ਦਿਨ ਕੇਕ ਡਿਲੀਵਰ ਕਰਨ ਜਾ ਰਹੀ ਹਾਂ, ਠੀਕ ਹੈ। ਐਂਡ ਉਸ ਦਿਨ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਮੈਂ ਕੁੜੀਆਂ ਨੂੰ ਡਰਾਈਵਿੰਗ ਸਿਖਾਊਂਗੀ। ਸੋ ਮਤਲਬ ਉਹ ਬੜਾ ਕਰੂਸ਼ਲ ਪੁਆਇੰਟ ਸੀ, ਤਾਂ ਸਾਡੀ ਕੁੜੀ ਨੂੰ ਸਿਖਾਤੀ ਅਸੀਂ ਡਰਾਈਵਿੰਗ ਕਰਨੀ। ਡਰਾਈਵਰ ਵਾਲਾ ਚੱਕਰ ਹੋਇਆ। ਉਸ ਤੋਂ ਬਾਅਦ ਰੱਖੜੀ ਦੇ ਅਰਾਊਂਡ ਅਸੀਂ ਗੁੜ ਸੌਂਫ ਕੇਕ ਬਣਾਏ ਸੀ, ਇਹ ਉਸੇ ਮਹੀਨੇ ਦੀ ਗੱਲ ਹੈ। ਗੁੜ ਸੌਂਫ ਕੇਕ ਬਣਾਏ ਸੀ ਅਗਸਤ 'ਚ ਸੀਗੀ ਇਹੀ, ਮਤਲਬ 1 ਮਹੀਨਾ 17 ਜੁਲਾਈ 17 ਅਗਸਤ 2 ਦਿਨ ਮੀਂਹ ਪੈਂਦਾ ਰਿਹਾ ਰੱਖੜੀ ਵਾਲੇ ਦਿਨ, ਠੀਕ ਹੈ। ਅਸੀਂ ਫਰੈਸ਼ ਕੇਕ ਬਣਾਏ ਬਿਲਕੁਲ ਵਧੀਆ, ਕਿਉਂਕਿ ਸਾਡੇ ਤੁਸੀਂ ਦੇਖਿਆ ਬੰਦੇ ਹੀ ਸਿਰਫ ਆਰਡਰ ਵਾਲੇ ਕੇਕ ਹੈ। ਅਸੀਂ ਕੇਕ ਬਣਾਏ ਜੀ, ਸਾਰੇ ਡਰਾਈਵਰਸ ਨੇ ਡਿਲੀਵਰ ਕਰਤੇ ਕੇਕ। ਅਸੀਂ ਗੁੜ ਕਿਉਂ ਯੂਜ਼ ਕੀਤਾ ਸੀਗਾ ਤਾਂ ਦੱਸ। ਹਾਂ ਗੁੜ ਅਸੀਂ ਕਿਉਂ ਯੂਜ਼ ਕੀਤਾ ਸੀਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਰਿਫਾਈਨਡ ਸ਼ੂਗਰ ਤੋਂ ਦੂਰ ਜਾ ਰਹੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਬਿਨਾਂ ਸੋਚੇ ਕੇਕ ਖਾ ਸਕਣ। ਤਾਂ ਅਸੀਂ ਗੁੜ ਇਸ ਲਈ ਯੂਜ਼ ਕੀਤਾ ਸੀਗਾ ਕਿ ਇਹੋ ਜਿਹੀ ਵਧੀਆ ਚੀਜ਼ ਦਈਏ ਜਿਹੜੀ ਲੋਕਲ ਹੈ। ਗੁੜ ਆਪਣੇ ਪੰਜਾਬ 'ਚ ਲੋਕਲ ਹੈ, ਹੋਲ ਵੀਟ ਲੋਕਲ ਹੈ, ਤਾਂ ਅਸੀਂ ਉਸ ਤੋਂ ਲੋਕਲ ਇੰਗਰੀਡੀਅੰਟਸ ਤੋਂ ਕੇਕ ਬਣਾਇਆ ਸੀ। ਡਿਲੀਵਰੀਆਂ ਹੋ ਗਈਆਂ 200 ਡਿਲੀਵਰੀਆਂ ਤੋਂ ਉੱਪਰ ਡਿਲੀਵਰੀਆਂ ਕਰਤੀਆਂ ਗਿਫਟਸ ਦੀਆਂ। ਇਹਨੇ ਨਵਨੀਤ ਦੀ ਸਿਸਟਰ ਨੇ ਕੇਕ ਖਾਇਆ, ਕਹਿੰਦੀ ਦੀਦੀ ਕੇਕ 'ਚ ਕੁਛ ਪ੍ਰੋਬਲਮ ਹੈ। ਕਹਿੰਦੀ ਕਿਆ ਪ੍ਰੋਬਲਮ ਹੈ? ਅਸੀਂ ਕਿਹਾ ਯਾਰ ਅਸੀਂ ਫਰੈਸ਼ ਹੀ ਭੇਜੇ ਆ ਸਾਰੇ ਕੇਕ। ਸਾਨੂੰ ਰਿਅਲਾਈਜ਼ ਹੋਇਆ ਕਿਉਂਕਿ ਦੋਨੋਂ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਗੁੜ ਨੇ ਲਾੜ ਛੱਡਤੀ।
ਠੀਕ ਹੈ। ਹੁਣ ਗੁੜ ਨੇ ਲਾੜ ਛੱਡਤੀ, ਅਸੀਂ ਆਪਣੇ ਵੱਲੋਂ ਕਸਟਮਰਸ ਨੂੰ ਇਹ ਨਹੀਂ ਕਿਹਾ ਸੀਗਾ ਕਿ ਫ੍ਰਿਜ 'ਚ ਲਾ ਦੇਣਾ ਜਦ ਤੁਹਾਡੇ ਕੋਲ ਗਿਫਟ ਪਹੁੰਚ ਜਾਏਗਾ, ਬਿਕੋਜ਼ ਅਸੀਂ ਆਪਣੇ ਵੱਲੋਂ ਨਹੀਂ ਕਿਹਾ ਸੀਗਾ ਤਾਂ ਸਾਨੂੰ ਲੱਗਿਆ ਸਾਡੀ ਰਿਸਪੌਂਸਿਬਿਲਿਟੀ ਹੈ ਸਾਰੇ ਕੇਕਸ ਦੀ ਜਿਹੜੇ ਖਰਾਬ ਹੋਏ ਨੇ। ਅਸੀਂ ਇੰਡੀਵਿਜੂਅਲੀ, ਉੱਧਰੋਂ ਡਰਾਈਵਰਸ ਦਾ ਪੰਗਾ ਪਿਆ ਹੋਇਆ, ਉੱਧਰੋਂ ਇਹ ਪੰਗਾ, ਇੰਡੀਵਿਜੂਅਲੀ ਸਾਰਿਆਂ ਨੂੰ ਕਾਲ ਕਰਕੇ ਸੌਰੀ ਮੰਗੀ, ਫਿਰ ਇੱਕ ਵੱਡਾ ਕੇਕ ਸਾਰਿਆਂ ਦੇ ਘਰ ਭੇਜਿਆ, ਦੁਬਾਰਾ 200 ਡਿਲੀਵਰੀਜ਼ ਕੀਤੀਆਂ। ਸੋ ਮਤਲਬ ਉਸ ਪਿਛਲਾ 1 ਮਹੀਨਾ ਹੁਣ ਇਸ ਵੇਲੇ, ਔਰ ਮਤਲਬ ਸਮਝ ਨਹੀਂ ਆ ਰਹੀ ਸੀ ਕੀ ਹੋ ਰਿਹਾ। ਬਸ ਉਸ ਵੇਲੇ ਮੈਂਟਲ ਹੈਲਥ, ਜਿਵੇਂ ਇਹਨੇ ਗੱਲ ਕੀਤੀ, ਮਤਲਬ ਯੂ ਬ੍ਰੇਕ ਡਾਊਨ। ਸਾਰੇ ਦੂਰੋਂ ਦੇਖ ਕੇ ਤਾਂ ਲੱਗਦਾ ਹਾਂ ਕੁੜੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਇੰਟਰਵਿਊ ਆ ਰਹੀਆਂ ਇਹਨਾਂ ਦੀਆਂ, ਲੋਕ ਪੁੱਛ ਰਹੇ ਨੇ ਇਹਨਾਂ ਨੂੰ, ਹੈ ਨਾ। ਬਟ ਪ੍ਰੋਬਲਮਸ ਇਹੋ ਜਿਹੀਆਂ ਆ ਜਾਂਦੀਆਂ ਕਿ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਹੁਣ ਕਰੋ ਕਿਆ। ਬਟ ਪ੍ਰੋਬਲਮਸ ਜਦੋਂ ਆਉਂਦੀਆਂ ਨੇ ਇਹਨਾਂ ਦੇ ਨਾਲ ਹੀ ਗਰੋਥ ਹੁੰਦੀ ਹੈ। ਬਿਲਕੁਲ, ਜਿਵੇਂ ਮੈਂ ਕਿਹਾ ਕਿ ਕੁੜੀ ਨੂੰ ਅਸੀਂ ਡਰਾਈਵਿੰਗ ਕਰਨੀ ਸਿਖਾਤੀ, ਸਾਨੂੰ ਪਤਾ ਚੱਲ ਗਿਆ ਜੀ ਗੁੜ ਨਹੀਂ ਪਾਵਾਂਗੇ ਅਗਲੀ ਵਾਰ ਜਦ ਮੀਂਹ ਪੈ ਰਿਹਾ, ਠੀਕ ਹੈ। ਸਹੀ ਗੱਲ ਹੈ। ਔਰ ਗਰੋਥ ਇਸ ਤਰ੍ਹਾਂ ਵੀ ਆਈ ਕਿ ਜਦ ਵੀ ਕੋਈ ਪ੍ਰੋਬਲਮ ਆਉਂਦੀ ਹੈ ਨਾ, ਅਸੀਂ ਉਹਦਾ ਸਲਿਊਸ਼ਨ, ਅਸੀਂ ਸਮਝਦੇ ਹਾਂ ਕਿ ਪ੍ਰੋਬਲਮ ਕਿਸੇ ਇਨਸਾਨ ਕਰਕੇ ਨਹੀਂ ਆਈ, ਪ੍ਰੋਬਲਮ ਸਾਡੇ ਪ੍ਰੋਸੈਸ 'ਚ ਕਮੀ ਹੈ। ਤਾਂ ਅਸੀਂ ਉਹ ਬਿਜ਼ਨਸ ਦਾ ਕਿਹੜਾ ਪ੍ਰੋਸੈਸ ਇੰਪਰੂਵ ਕਰੀਏ ਕਿ ਇਹ ਦੁਬਾਰਾ ਗਲਤੀ ਨਾ ਹੋਏ। ਉਹ ਤਾਂ ਹੀ ਐਡਮਿਨਿਸਟ੍ਰੇਟਿਵ ਸਟਾਫ ਬੈਠਾ ਹੈ, ਉਹਨਾਂ ਕੋਲ ਗੱਡੀਆਂ ਚੱਲਦੀਆਂ ਨੇ, ਹੁਣ ਔਨਲਾਈਨ ਚੱਲਦੀਆਂ ਗੱਡੀਆਂ, ਉਹ ਲਗਵਾਏ ਆ ਅਸੀਂ GPS ਟਰੈਕਰਸ, ਮਾਈਕਰੋਫੋਨ, ਸਭ ਕੁਝ ਲੱਗਿਆ, ਹੁਣ ਸਭ ਕੁਝ ਸਟਰੀਮਲਾਈਨਡ ਹੁੰਦਾ ਸੋ ਦੈਟ ਇਹੋ ਜਿਹੀਆਂ ਪ੍ਰੋਬਲਮਸ ਨਾ ਆਉਣ। ਆਰੀਆਨਾ ਹਫਿੰਗਟਨ, ਜਿਹੜੇ ਹਫਿੰਗਟਨ ਪੋਸਟ ਹੈ, ਉਹਨਾਂ ਨੇ ਬਹੁਤ ਵਧੀਆ ਚੀਜ਼ ਬੋਲੀ ਹੋਈ ਹੈ ਕਿ ਆਈ ਐਮ ਦ ਲੱਕੀਐਸਟ ਪਰਸਨ ਦੈਟ ਦਿਸ ਪ੍ਰੋਬਲਮ ਹੈਪਨ ਟੂ ਮੀ, ਕਿਉਂਕਿ ਜੇ ਇਹ ਪ੍ਰੋਬਲਮ ਹੋਈ ਹੈ ਤਾਂ ਹੀ ਇਸ ਚੀਜ਼ ਦਾ ਸੋਲਿਊਸ਼ਨ ਮਿਲੇਗਾ। ਸੋ ਦਿਸ ਇਜ਼ ਲਾਈਕ ਵਨ ਆਫ ਦੋਜ਼ ਡੇਜ਼ ਜਦ ਤੁਸੀਂ ਲੱਕੀ ਹੋ, ਪਰ ਤੁਹਾਨੂੰ ਦਿਖੇਗਾ ਨਹੀਂ, ਦਿਖੇਗਾ ਬਾਅਦ 'ਚ 6 ਮਹੀਨੇ ਬਾਅਦ ਦਿਖੇਗਾ ਕਿ ਤੁਸੀਂ ਲੱਕੀ ਹੋ, ਕਿ ਉਹ ਚੀਜ਼ ਉਸ ਟਾਈਮ ਹੋ ਗਈ ਅਤੇ ਹੁਣ ਤੁਸੀਂ ਇਸ ਚੀਜ਼ ਦਾ ਸੋਲਿਊਸ਼ਨ ਲੱਭਿਆ ਔਰ ਈਜ਼ੀਲੀ ਟੈਕਲ ਕਰ ਰਹੇ ਹੋ। ਹਾਂ, ਐਕਚੁਅਲੀ ਉਸ ਟਾਈਮ ਆਪਾਂ ਨੂੰ ਲੱਗਦਾ ਵੀ ਇਹ ਸਾਰਾ ਕੁਝ ਮੇਰੇ ਨਾਲ ਹੀ ਹੋ ਰਿਹਾ, ਕਿ ਬਸ ਮੈਂ ਦੁਨੀਆ ਦਾ ਸਭ ਤੋਂ ਬੁਰੀ ਹਾਂ ਅਤੇ ਮੇਰੇ ਨਾਲ ਹੀ ਇਹ ਐਕਚੁਅਲੀ ਸਾਡੇ ਨਾਲ ਵੀ ਹੁੰਦਾ, ਸਭ ਨਾਲ ਹੁੰਦਾ ਹੈ ਕਿ ਬਟ ਜਦੋਂ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਤਾਂ ਸਾਨੂੰ ਲੱਗਦਾ ਵੀ ਚਲੋ ਵਧੀਆ ਟਾਈਮ ਸੀਗਾ, ਉਹ ਲੰਘ ਗਿਆ। ਬਿਲਕੁਲ ਲੰਘ ਗਿਆ। ਅਤੇ ਤੁਸੀਂ ਇਸ ਲਾਈਨ 'ਚ ਕਿਵੇਂ ਆਏ? ਮੇਰੇ ਖਿਆਲ ਨਾਲ ਤੁਸੀਂ ਦਿੱਲੀ ਸਟੱਡੀ ਕਰਦੇ ਸੀਗੇ IT ਦੀ, ਆਈ ਥਿੰਕ ਸੋ। ਸਭ ਪਤਾ ਹੈ ਇਹਨਾਂ ਨੂੰ ਆਲਰੇਡੀ ਮੇਰੇ ਬਾਰੇ, ਮੈਨੂੰ ਸਾਰੀ ਰਿਸਰਚ ਕੀਤੀ ਹੈ ਇਹਨਾਂ ਨੇ। ਮੈਂ ਨਾ ਕੈਫੇ 'ਚ ਹੈਲਪ ਕਰਨੀ ਸ਼ੁਰੂ ਕੀਤੀ ਸੀ ਮਨਪ੍ਰਿਆ ਦੀ, ਫਿਰ ਪਤਾ ਨਹੀਂ ਉਹ ਤੋਂ ਬਾਅਦ ਧੱਕਾ ਹੋਇਆ, ਮੈਨੂੰ ਯਾਦ ਹੀ ਨਹੀਂ ਕੀ ਹੋਇਆ ਹੈ ਕਿ ਮੈਂ ਆਟੋਮੈਟਿਕਲੀ ਕੈਫੇ ਤੋਂ ਬਾਅਦ ਮੈਂ ਕੇਕ 'ਚ ਹੀ ਮੈਂ ਹੈਲਪ ਕਰਵਾ ਰਹੀ ਸੀ ਬਸ ਥੋੜ੍ਹੀ ਬਹੁਤ, ਇੰਨਾ ਦਿਲ ਲੱਗ ਗਿਆ। ਇੰਨੀ ਚੇਅਰਫੁਲ ਗਰਲਸ ਹੈ, ਮਤਲਬ ਪਤਾ ਕੀ ਹੁੰਦਾ ਹੈ, ਜਿਵੇਂ ਤੁਹਾਡਾ ਹੁੰਦਾ ਨਾ ਕਿ ਸਹੇਲੀਆਂ ਨਾਲ ਜਿਵੇਂ ਦਿਲ ਜਾ ਲੱਗ ਜਾਂਦਾ, ਫਿਰ ਉੱਧਰੋਂ ਜਾਣ ਦਾ ਮਨ ਹੀ ਨਹੀਂ ਕਰਦਾ, ਬਸ ਉਹੀ ਹੋਇਆ। ਅਤੇ ਉਹਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਸੀਗਾ, ਤਾਂ ਹੋਰ ਕੀ ਚਾਹੀਦਾ ਸੀਗਾ, ਗੱਲਾਂ ਬਾਤਾਂ ਕਰਨ ਨੂੰ ਮਿਲ ਗਈਆਂ, ਖਾਣ ਪੀਣ ਮਿਲ ਗਿਆ, ਹੋਰ ਕੀ ਚਾਹੀਦਾ। ਫਿਰ ਸੋਚਿਆ ਕਿ ਸੈਟਲ ਹੋ ਜਾਈਏ ਇੱਥੇ ਹੀ। ਅਤੇ ਜੇਕਰ ਮੈਂ ਫੈਮਿਲੀ ਦੀ ਗੱਲ ਕਰਾਂ ਤਾਂ ਤੁਹਾਨੂੰ ਫੈਮਿਲੀ ਦੀ ਸਪੋਰਟ ਕਿੰਨੀ ਕੁ ਮਿਲੀ ਆ? ਮੈਨੂੰ ਪਹਿਲਾਂ ਨਹੀਂ ਸੀ ਇੰਨੀ, ਪਰ ਹੁਣ ਮੈਨੂੰ ਫੁੱਲ ਸਪੋਰਟ ਹੈ। ਮੈਂ ਆਈ ਥਿੰਕ ਮੈਂ ਕੈਮਰੇ 'ਤੇ ਆਪਣੇ ਪਾਪਾ ਅਤੇ ਮੰਮਾ ਨੂੰ ਦੋਨਾਂ ਨੂੰ ਥੈਂਕ ਕਹਿਣਾ ਚਾਹੂੰਗੀ, ਕਿਉਂਕਿ ਇਹ ਜੁਲਾਈ ਵਾਲਾ ਜਿਹੜਾ ਮਹੀਨਾ ਸੀਗਾ, ਜੇ ਮੇਰੇ ਪਾਪਾ ਮੰਮੀ ਮੇਰੇ ਨਾਲ ਹੈਲਪ ਨਹੀਂ ਕਰਵਾਉਂਦੇ ਤਾਂ ਮੇਰੇ ਖਿਆਲ ਨਾਲ ਮੇਰੇ ਤੋਂ ਇਹ ਮਹੀਨਾ ਨਿਕਲਣਾ ਨਹੀਂ ਸੀਗਾ ਔਰ ਮੈਂ ਮੈਂਟਲ ਡਰਟ 'ਚ ਹੋਣਾ ਸੀਗਾ ਕਾਫੀ। ਤਾਂ ਪਹਿਲਾਂ ਨਹੀਂ ਸੀਗੇ, ਬਟ ਹੁਣ ਬਹੁਤ ਬਹੁਤ ਹੈਲਪਫੁਲ ਹੈ, ਬਹੁਤ ਜ਼ਿਆਦਾ। ਥੈਂਕ ਯੂ ਪਾਪਾ, ਥੈਂਕ ਯੂ ਮੰਮੀ। ਅਤੇ ਤੁਹਾਨੂੰ ਕਿੰਨੀ ਸਪੋਰਟ ਮਿਲੀ ਫੈਮਿਲੀ 'ਚੋਂ? ਮੈਨੂੰ ਹਮੇਸ਼ਾ ਸਪੋਰਟ ਇਸ ਤਰ੍ਹਾਂ ਮਿਲੀ ਹੈ ਕਿ ਦੇਖੋ ਮੇਰੇ ਪਾਪਾ ਸਿੱਖ ਕੇ ਆਏ ਸੀ, ਉਹਨਾਂ ਨੇ ਹੀ ਸਿਖਾਇਆ। ਮੰਮੀ ਨੇ ਪਹਿਲਾਂ ਇਨੀਸ਼ੀਅਲੀ ਫਾਈਨੈਂਸ਼ੀਅਲ ਸਪੋਰਟ ਬੜੀ ਦਿੱਤੀ। ਵਿਆਹ ਨੂੰ ਨਹੀਂ ਕਹਿੰਦੇ, ਬਿਲਕੁਲ ਨਹੀਂ ਵਿਆਹ ਨੂੰ ਕਹਿੰਦੇ, ਠੀਕ ਹੈ। ਅਤੇ ਨਵਨੀਤ ਦੇ ਘਰ 'ਚੋਂ ਆਉਂਦਾ ਹੁੰਦਾ ਪ੍ਰੈਸ਼ਰ ਕਦੀ ਕਦਾਰ ਵਿਆਹ ਦਾ, ਠੀਕ ਹੈ। ਬਟ ਇਹਨੇ ਹੁਣ ਪਤਾ ਕਿਆ ਹੁੰਦਾ ਪੇਰੈਂਟਸ ਦੇ ਨਾਲ, ਮੈਨੂੰ ਇਹ ਲੱਗਦਾ ਜਿਨ੍ਹਾਂ ਦੇ ਪੇਰੈਂਟਸ ਸਪੋਰਟ ਨਹੀਂ ਕਰਦੇ। ਦੇਖੋ ਅਸੀਂ, ਮੈਂ ਲੱਕੀ ਰਹੀ ਹਾਂ ਐਟਲੀਸਟ ਕਿ ਸਪੋਰਟਿਵ ਰਹੇ ਨੇ ਮੇਰੇ ਪੇਰੈਂਟਸ, ਓਕੇ ਠੀਕ ਹੈ। ਲੇਕਿਨ ਇਹ ਹੁੰਦਾ ਕਿ ਪੇਰੈਂਟਸ ਦੇ ਨਾਲ, ਮੈਂ ਕੁੜੀਆਂ ਨੂੰ ਵੀ ਇਹੀ ਕਹਿੰਦੀ ਹਾਂ, ਮੈਂ ਕਿਹਾ ਇਹਨਾਂ ਨੂੰ ਨਾ ਮੋਲਡ ਕਰਨ ਦੀ ਲੋੜ ਹੈ, ਇਹਨਾਂ ਨੂੰ ਮੋਲਡ ਕਰੀ ਜੋ ਨਾਲ ਨਾਲ। ਕਿ ਅੱਜ ਤੁਹਾਨੂੰ ਕਹਿ ਰਹੇ ਨੇ ਕਿ ਲੇਟ ਨਹੀਂ ਆਉਣਾ, ਤੁਸੀਂ ਕੰਮ 'ਤੇ ਹੋ, ਤੁਸੀਂ ਚੀਜ਼ਾਂ ਇਹੋ ਜਿਹੀਆਂ ਕਰੋ, ਠੀਕ ਹੈ ਜੀ ਨਹੀਂ ਲੇਟ ਆ ਸਕਦੇ, ਕਿਆ ਅਸੀਂ 7 ਵਜੇ ਤੱਕ ਆ ਸਕਦੇ ਹਾਂ, 8 ਵਜੇ ਤੱਕ ਆ ਸਕਦੇ ਹਾਂ, ਕਿਆ ਮੈਂ ਤੁਹਾਨੂੰ ਫ਼ੋਨ ਕਰ ਸਕਦੀ ਹਾਂ, ਕਿਆ ਜੇ ਦੀਦੀ ਸਾਨੂੰ ਛੱਡ ਜਾਣ ਤਾਂ ਠੀਕ ਹੈ ਸਾਡਾ ਲੇਟ ਆਉਣਾ।
ਤਾਂ ਇਹੋ ਜਿਹੇ ਜੇ ਤੁਸੀਂ ਤਾਂ ਉਹਨਾਂ ਨੂੰ ਪੈਰਾਮੀਟਰਸ ਦੇਈ ਜਾਂਦੇ ਨੇ ਉਹ ਖੁੱਲਦੇ ਰਹਿੰਦੇ ਨੇ। ਮੈਂ ਆਪਣੇ ਅੰਦਰ ਕੁੜੀਆਂ ਨੂੰ ਦੇਖਿਆ ਜਿਨ੍ਹਾਂ ਦੇ ਪੇਰੈਂਟਸ 6 ਵਜੇ ਤੋਂ 6:05 ਹੋ ਜਾਣ, ਫੋਨ ਦੇ ਫੋਨ ਕਿੱਥੇ ਰਹਿ ਗਈ ਕਿੱਥੇ ਰਹਿ ਗਈ ਕਿੱਥੇ ਰਹਿ ਗਈ। ਫਿਰ ਮੈਂ ਪਹਿਲਾਂ ਤਾਂ ਨਵਨੀਤ ਔਰ ਮੈਂ ਫੋਨ ਤੇ ਗੱਲ ਕਰ ਲੈਂਦੇ ਸੀ, ਜੀ ਆਂਟੀ ਜੀ ਟੈਨਸ਼ਨ ਨਾ ਲਓ, ਸਾਡੇ ਕੋਲ ਹੀ ਹੈ ਤੁਹਾਡੀ ਕੁੜੀ, ਅਸੀਂ ਆਪ ਛੱਡ ਕੇ ਜਾਵਾਂਗੇ। ਹੌਲੀ ਹੌਲੀ ਉਹ ਟਰਸਟ ਬਣਾਇਆ, ਠੀਕ ਹੈ। ਹੁਣ ਫਿਰ ਆਂਟੀ ਨੂੰ ਬੋਲਿਆ ਕਿ ਤੁਸੀਂ ਆ ਕੇ ਦੇਖ ਲਓ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਕੁਛ ਕੁੜੀਆਂ ਦੇ ਪੇਰੈਂਟਸ ਦੇ ਨਾਲ ਪਿਆਰ ਚੱਲਦਾ ਸੀ, ਕੁਛਾਂ ਦੇ ਨਾਲ ਡੰਡਾ ਚੱਲਦਾ ਸੀ। ਸਮਝ ਰਹੇ ਹੋ ਕਿ ਇਹ ਤਾਂ ਹੋਣਾ ਨਹੀਂ ਜੀ। ਜੇ ਕੰਮ ਕਰਾਉਣਾ ਕੁੜੀ ਨੂੰ ਵਧੀਆ ਤਨਖਾਹ ਚਾਹੀਦੀ ਹੈ, ਵਧੀਆ ਚੀਜ਼ ਸਿਖਾ ਰਹੇ ਹਾਂ, ਠੀਕ ਹੈ, ਫ੍ਰੀ ਵਾਂਗੂ ਸਿਖਾ ਰਹੇ ਨਾਲ ਪੈਸੇ ਦੇ ਰਹੇ ਹਾਂ, ਤਾਂ ਤੁਹਾਨੂੰ ਥੋੜ੍ਹਾ ਖੁੱਲ੍ਹ ਤਾਂ ਦੇਣੀ ਪਊਗੀ। ਥੋੜ੍ਹੇ ਡੰਡੇ ਨਾਲ ਸਿੱਖੇ, ਥੋੜ੍ਹੇ ਪਿਆਰ ਨਾਲ ਸਿੱਖ ਗਏ। ਤਾਂ ਮੈਂ ਕੁੜੀਆਂ ਨੂੰ ਵੀ ਇਹ ਕਹਿੰਦੀ ਹੁੰਦੀ, ਇਹਨਾਂ ਨੂੰ ਮੋਲਡ ਕਰੀ ਜਾਓ, ਇਹਨਾਂ ਨੂੰ ਥੋੜਾ ਜਿਹਾ ਪੁਸ਼ ਕਰੀ ਜਾਓ, ਹਲਕਾ ਹਲਕਾ ਪੁਸ਼ ਕਰੀ ਜਾਓ। ਹਰ 6 ਮਹੀਨੇ ਹਲਕਾ ਹੋਰ ਪੁਸ਼ ਕਰਤਾ, ਫਿਰ ਪੁਸ਼ ਕਰਤਾ, ਫਿਰ ਪੁਸ਼ ਕਰਤਾ, ਫਿਰ ਚੱਲਦੇ ਨੇ ਨਾਲ। ਮਨਪ੍ਰੀਤ ਨੇ ਨਾ ਇੱਕ ਗੱਲ ਬੋਲੀ ਕਿ ਫ੍ਰੀ 'ਚ ਆਪਾਂ ਇਹਨਾਂ ਨੂੰ ਸਿਖਾ ਰਹੇ ਹਾਂ। ਇਹਦੇ ਕਹਿਣ ਦਾ ਜੋ ਮਤਲਬ ਹੈ, ਮੈਂ ਡਾਇਸੈਕਟ ਕਰਦਾ ਦੱਸਦਾ ਸਾਰੇ ਸਾਡੇ ਦਰਸ਼ਕਾਂ ਨੂੰ ਕਿ ਅਸੀਂ ਜੋ ਵੀ ਸਾਡਾ ਕਰੂ ਹੈ, ਅਸੀਂ ਹਾਇਰ ਐਵੇਂ ਕਰਦੇ ਹਾਂ ਕਿ ਜਿਵੇਂ ਰਿਜ਼ਿਊਮੇ ਦੇਖਦੇ ਆ ਨਾ, ਕਿ ਜਦ ਤੁਸੀਂ ਸਾਨੂੰ ਜੋਬ ਲੈਣੀ ਹੁੰਦੀ ਹੈ, ਕਿਤੇ ਇੰਟਰਵਿਊ 'ਤੇ ਜਾਣਾ ਹੁੰਦਾ, ਰਿਜ਼ਿਊਮੇ ਖੋਲ੍ਹਦੇ ਹੈ, ਦੇਖਦੇ ਹਾਂ ਕੀ ਕੀ ਐਕਸਪੀਰੀਅੰਸਿਸ ਹੈ, ਕਿੱਥੇ ਕਿੱਥੇ ਕੰਮ ਕੀਤਾ ਹੈ, ਕਿੰਨੀ ਸੈਲਰੀ ਮਿਲ ਰਹੀ ਸੀ, ਕੁਛ ਨਹੀਂ ਦੇਖਦੇ ਸੀ ਨਾ ਕਿਸ ਤੋਂ ਰਿਜ਼ਿਊਮੇ ਮੰਗਿਆ ਅੱਜ ਤੱਕ। ਸਾਨੂੰ ਹੈ ਕਿ ਐਜ਼ ਲੌਂਗ ਐਜ਼ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਅਤੇ ਥੋੜ੍ਹਾ ਆਪਣਾ ਮਾਈਂਡ ਨੂੰ ਖੋਲ੍ਹਣਾ ਚਾਹੁੰਦੇ ਹੋ, ਉਨੀ ਰਿਕੁਆਇਰਮੈਂਟ ਹੈ ਸਾਡੀ। ਨਾ ਤੁਹਾਡੀ ਐਜੂਕੇਸ਼ਨ ਸਾਨੂੰ ਕੰਮ ਦੀ ਹੈ, ਉਹ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਕਿੰਨੀ ਐਜੂਕੇਸ਼ਨ ਲੈਣੀ ਸੀਗੀ ਉਹ ਤੁਹਾਡੀ ਮਰਜ਼ੀ ਸੀਗੀ। ਇੱਧਰ ਕੇਕ ਇੰਡੀਆ 'ਚ ਤੁਹਾਡੀ ਐਜੂਕੇਸ਼ਨ ਇੰਨੀ ਮੈਟਰ ਨਹੀਂ ਕਰਦੀ ਜਦ ਤੱਕ ਤੁਸੀਂ ਐਕਸਪੀਰੀਅੰਸ ਲਈ ਖੁੱਲ੍ਹੇ ਹੋ, ਜਦ ਤੱਕ ਕਿ ਤੁਸੀਂ ਸਿੱਖਣਾ ਚਾਹੁੰਦੇ ਹੋ। ਕੋਈ ਵੀ ਐਕਸਪੀਰੀਅੰਸ ਨਹੀਂ ਹੋਣ ਦੀ ਲੋੜ। ਕਿ ਐਵੇਂ ਹੁੰਦਾ ਹੈ ਨਾ ਅੱਜ ਕੱਲ੍ਹ ਜੋਬਸ ਜਦ ਤੁਸੀਂ ਲੈਣ ਜਾਂਦੇ ਹੋ ਕਿ ਤੁਸੀਂ ਕਿੱਥੇ ਇੰਟਰਨਸ਼ਿਪ ਕੀਤੀ ਹੈ, ਕਿੱਥੇ ਕੰਮ ਕੀਤਾ ਹੈ, ਕਿਆ ਐਕਸਪੀਰੀਅੰਸ ਹੈ ਤੁਹਾਡਾ, ਤਾਂ ਇਹੋ ਜਿਹੀ ਕੋਈ ਐਕਸਪੀਰੀਅੰਸ ਦੀ ਵੀ ਨਹੀਂ ਲੋੜ ਤੁਹਾਨੂੰ। ਨਾ ਕੋਈ ਐਜੂਕੇਸ਼ਨ ਬੈਕਗਰਾਊਂਡ, ਨਾ ਕੋਈ ਐਕਸਪੀਰੀਅੰਸ, ਕੁਛ ਵੀ ਨਹੀਂ ਚਾਹੀਦਾ। ਤੁਸੀਂ ਜੇ ਕੁਛ ਪੜ੍ਹ ਲਿਖ ਵੀ ਨਹੀਂ ਸਕਦੇ, ਤੁਹਾਨੂੰ ਉਹਦੀ ਵੀ ਨਹੀਂ ਲੋੜ ਚਾਹੀਦੀ, ਕਿਉਂਕਿ ਕਿ ਐਟ ਕੇਕਡ ਇੰਡੀਆ ਅਸੀਂ ਤੁਹਾਨੂੰ ਸਿਖਾਵਾਂਗੇ ਅਤੇ ਤੁਹਾਨੂੰ ਆਪਣੇ ਆਪ ਸਕਿੱਲ ਆ ਜਾਏਗੀ। ਤੁਹਾਨੂੰ ਕੁਛ ਲੈ ਕੇ ਨਹੀਂ ਆਉਣ ਦੀ ਲੋੜ, ਅਸੀਂ ਦੇਵਾਂਗੇ ਅਤੇ ਅਸੀਂ ਹੀ ਤੁਹਾਨੂੰ ਪੇ ਵੀ ਦੇਵਾਂਗੇ। ਤੁਸੀਂ ਸਮਝ ਰਹੇ ਹੋ ਮੇਰੀ ਗੱਲ? ਨਹੀਂ ਤਾਂ ਕੌਣ, ਇਲਿਟਰੇਟ ਬੰਦੇ ਨੂੰ ਕੌਣ ਦੇਗਾ ਜੋਬ? ਔਰ ਸਪੈਸ਼ਲੀ ਗੱਲ ਇਹ ਹੈ ਕਿ ਇਹਨਾਂ ਦੇ ਕੋਲ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਉਹ ਕੋਈ ਬਹੁਤੇ ਵੱਡੇ ਸ਼ਹਿਰਾਂ ਤੋਂ ਨਹੀਂ ਹੈਗੀਆਂ, ਛੋਟੇ ਛੋਟੇ ਪਿੰਡਾਂ ਤੋਂ ਹੀ ਕੁੜੀਆਂ ਨਿਕਲ ਕੇ ਆਈਆਂ ਨੇ ਜਿਹੜੀਆਂ ਇਸ ਟਾਈਮ ਵਧੀਆ ਵਧੀਆ ਕੇਕਸ ਜਿਹੜੇ ਨੇ ਉਹ ਬਣਾ ਰਹੀਆਂ ਨੇ। ਅਤੇ ਇਹਨਾਂ ਦਾ ਸਪੈਸ਼ਲ ਜਿਹੜੀ ਇਹੀ ਹੈ ਕਿ ਇਹ ਦੋਵੇਂ ਜਿਹੜੀਆਂ ਨਵਨੀਤ ਅਤੇ ਮਨਪ੍ਰਿਆ, ਇਹ ਦੋਵੇਂ ਇਹੀ ਚਾਹੁੰਦੇ ਨੇ ਕਿ ਪਿੰਡਾਂ 'ਚੋਂ ਕੁੜੀਆਂ ਉੱਠਣ ਅਤੇ ਇਹਨਾਂ ਦੇ ਨਾਲ ਆ ਕੇ ਕੰਮ ਕਰਨ, ਅਤੇ ਜਿਹੜੀ ਉਹ ਮੈਨ ਵਾਲੀ ਉਹਨੂੰ ਵੀ ਤੋੜਿਆ ਜਾ। ਅਤੇ ਨਵਨੀਤ ਇੱਕ ਟਾਈਮ ਆਉਂਦਾ ਹੈ ਵੀ ਜਦੋਂ ਘਰ ਦੇ ਕਹਿਣ ਲੱਗ ਜਾਂਦੇ ਨੇ ਵੀ ਹੁਣ ਤਾਂ ਵਿਆਹ ਕਰਾ ਲਓ, ਹੁਣ ਤਾਂ ਤੁਸੀਂ ਸਭ ਕੁਝ ਅਚੀਵ ਕਰ ਲਿਆ, ਹੁਣ ਤਾਂ ਵਿਆਹ ਕਰਾ ਲਓ। ਮੈਂ ਪੈਸਟਰ ਹੋਈ ਹਾਂ ਪਹਿਲਾਂ, ਬਟ ਹੁਣ ਮੇਰੇ ਘਰਦਿਆਂ ਨੇ ਸ਼ਾਇਦ ਗਿਵ ਅਪ ਕਰਤਾ ਹੈ। ਉਹਨਾਂ ਨੇ ਕਿਹਾ ਕਿ ਚੱਲ ਇਹਨੂੰ ਤਾਂ ਕਰਨਾ ਨਹੀਂ, ਵਿਆਹ ਛੱਡੋ ਇਹਨੂੰ, ਦੂਜੀ ਵਾਲੀ ਤੋਂ ਪੁੱਛਦੇ ਆ। ਮੇਰੀ ਸਿਸਟਰ ਬੈਠੀ ਹੈ ਪਿੱਛੇ ਕੈਮਰਾ ਦੇ, ਉਹ ਦੇਖ ਰਹੀ ਹੈ ਮੇਰੇ ਵੱਲ ਕਿ ਹਾਂ ਮੇਰੇ ਵਿਆਹ ਦੀ ਗੱਲ ਤੇ ਹੁਣ ਤੂੰ ਬਚ ਰਹੀ ਹੈ, ਮੇਰੇ 'ਤੇ ਥੋਪ ਰਹੀ ਹੈ। ਆਹੀ ਹੋ ਰਿਹਾ ਇਸ ਟਾਈਮ। ਮੇਰੇ ਘਰਦਿਆਂ ਨੇ ਗਿਵ ਅਪ ਕਰਤਾ ਅਤੇ ਮਨਪ੍ਰਿਆ ਦੇ ਘਰਦਿਆਂ ਨੇ ਤਾਂ ਐਨੀਵੇ ਕਦੀ ਟਰਾਈ ਨਹੀਂ ਕੀਤਾ। ਆਈ ਥਿੰਕ ਬਹੁਤ ਜ਼ਿਆਦਾ ਹੁਣੇ सोसाइटी ਦੀ ਗੱਲ ਹੈ कि मैरिज क्या है, मैरिज है कि जब 2 जने कंपैटिबल हैं और नाल रहना चाहते हैं, ठीक है। लेकिन कंपल्शन क्यों है? स्कूल थोड़ी ना कि स्कूल ड्रेस पा के ही आनी है ना। बच्चे पैदा करना भी कंपल्शन क्यों है कि नेल्स कट्टे ही होने चाहिए ने, बाल गुत्ती बन के आनी है? स्कूल थोड़ी ना, जिंदगी है ना। तो ये तो तुसीं जिवें देखदे हो उवें जीनी चाहिए। मैनू परसनली एवें लगदा कि विआह सारिਆਂ ਲਈ है नहीं। बच्चा पैदा करना हर किसी का काम नहीं है और कर भी नहीं सकते। मैं जब देखदी हाँ अपने फ्रेंड्स जिन्हां दे बच्चे हैं ਉਹਨਾਂ ਨੂੰ ਕਰਦੇ ਹੋਏ ਨਾਮ ਲਈ ਤੁਸੀਂ ਤਿਆਰ ਨਹੀਂ ਹੋ ਹਲੇ ਬੱਚੇ ਕਰਨ ਲਈ। ਮਤਲਬ ਤੁਹਾਨੂੰ ਵੇਟ ਕਰਨਾ ਚਾਹੀਦਾ ਸੀ ਕਰਨ ਤੋਂ ਪਹਿਲਾਂ, ਔਰ ਸ਼ਾਇਦ ਦੂਸਰਾ ਕਰਨ ਤੋਂ ਪਹਿਲਾਂ ਵੀ ਵੇਟ ਕਰਨਾ ਚਾਹੀਦਾ। ਬਹੁਤ ਐਜੂਕੇਸ਼ਨ ਲੱਗਦੀ ਇੱਕ ਬੱਚੇ ਨੂੰ ਪੈਦਾ ਕਰਨ 'ਚ। ਤੁਸੀਂ ਕਿਹੋ ਜਿਹੇ ਬੈਗੇਜਿਸ ਦੇ ਦਿੰਦੇ ਹੋ। ਚਾਈਲਡਹੁੱਡ ਬੈਗੇਜਿਸ ਦੀ ਗੱਲ ਕਰਦੇ ਹਾਂ, ਮੈਂਟਲ ਹੈਲਥ ਦੇ ਵੀ ਸਭ ਤੋਂ ਜ਼ਿਆਦਾ ਚਾਈਲਡਹੁੱਡ ਬੈਗੇਜਿਸ ਦੀ ਗੱਲ ਹੁੰਦੀ ਹੈ ਕਿ ਬਚਪਨ ਦੇ ਵਿੱਚ ਕਿਆ ਤੁਹਾਡੇ ਨਾਲ ਬੀਤਿਆ ਕਿ ਤੁਸੀਂ ਇਹੋ ਜਿਹੇ ਹੋ ਗਏ ਹੋ, ਠੀਕ ਹੈ ਨਾ। ਤਾਂ ਮੈਨੂੰ ਇਹ ਲੱਗਦਾ ਕਿ ਮੈਰਿਜ ਔਰ ਬੱਚਾ ਪੈਦਾ ਕਰਨਾ ਸਾਰਿਆਂ ਨੂੰ ਨਹੀਂ ਕਰਨਾ ਚਾਹੀਦਾ, ਔਰ ਇਹ ਉਹਨਾਂ ਨੂੰ ਹੀ ਕਰਨਾ ਚਾਹੀਦਾ ਜਿਨ੍ਹਾਂ ਨੂੰ ਇਸ 'ਚੋਂ ਖੁਸ਼ੀ ਮਿਲੇ।
ਔਰ ਪਲੀਜ਼ ਘਰਦਿਆਂ ਨੂੰ ਸਾਰਿਆਂ ਨੂੰ ਜਿਹੜੇ ਦੇਖ ਰਹੇ ਨੇ ਕੁਝ ਕਹਿ ਰਹੇ ਹੋਣਗੇ ਕਿ ਕਿਹਦੀ ਇੰਟਰਵਿਊ ਲਾ ਲਈ ਹੈ, ਕਿਆ ਸਿਖਾ ਰਹੀ ਹੈ ਸਾਡੇ ਨਿਆਣਿਆਂ ਨੂੰ, ਠੀਕ ਹੈ। ਮੈਂ ਸਿਰਫ ਇਹੀ ਕਹਿ ਸਕਦੀ ਹਾਂ ਕਿ ਪਲੀਜ਼ ਜ਼ਰੂਰੀ ਨਹੀਂ ਹੈ ਵਿਆਹ ਕਰਾਓ, ਤੁਸੀਂ ਇਕੱਲੇ ਰਹੋਗੇ। ਹੁੰਦਾ ਹੈ ਯਾਰ, ਬਾਹਰ ਲੋਕ ਰਹਿੰਦੇ ਆ ਇਕੱਲੇ ਰਹਿੰਦੇ ਆ, ਕੋਈ ਕੁੱਤਾ ਰੱਖ ਲੈਂਦਾ, ਕੋਈ ਬਿੱਲੀ ਰੱਖ ਲੈਂਦਾ, ਕੰਪੈਨੀਅਨਸ਼ਿਪ ਹੀ ਹੈ ਨਾ ਉਹ ਵੀ, ਹੈ ਨਾ। ਤੇ ਫਿਰ ਇਹ ਸਾਰਿਆਂ ਲਈ ਨਹੀਂ ਹੈ ਵਿਆਹ ਕਰਾਉਣਾ, ਪਲੀਜ਼ ਨਾ ਧੱਕਾ ਕਰੋ। ਤੇ ਅਸੀਂ ਸਾਰੇ ਇੱਕ ਚੀਜ਼ ਬੜੀ ਇੰਪੋਰਟੈਂਟ ਚੀਜ਼ ਭੁੱਲ ਜਾਂਦੇ ਹਾਂ, ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ। ਆਈ ਮੀਨ ਹੁਣ ਚਲੋ ਪੋਲੀਟੀਕਲ ਸਿਚੁਏਸ਼ਨ ਨੂੰ ਦੇਖ ਕੇ ਅਸੀਂ ਕੁਝ ਹੋਰ ਕਹਿ ਸਕਦੇ ਹੈ ਨਾ, ਨਾਮ ਦੀ ਹੀ ਰਹਿ ਗਈ ਹੈ। ਬਟ ਫਿਲਹਾਲ ਅਸੀਂ ਕਹਿ ਸਕਦੇ ਸਾਡੇ ਕੋਲ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦਾ ਮਤਲਬ ਕਿਆ ਹੈ ਕਿ ਤੁਹਾਡੇ ਕੋਲ ਚੋਇਸ ਹੈ। ਤਾਂ ਵਿਆਹ ਕਰਨ ਦੀ, ਕੰਪੈਨੀਅਨਸ਼ਿਪ ਦੀ, ਬੱਚਾ ਪੈਦਾ ਕਰਨ ਦੀ ਵੀ ਚੋਇਸ ਹੋਣੀ ਚਾਹੀਦੀ ਹੈ। ਕੋਈ ਥੋਪਣ ਦੀ ਕੋਈ ਲੋੜ ਹੀ ਨਹੀਂ ਹੈ। ਵਾਈ ਇਜ਼ ਇਟ ਰਿਕੁਆਇਰਡ, ਹੈ ਨਾ। ਪੁੱਛੋ ਵੀ ਨਾ, ਜੇ ਕਦੀ ਪੁੱਛ ਲਓ, ਮਤਲਬ ਮੈਂ ਪੁੱਛਿਆ ਕੁੜੀਆਂ ਨੂੰ, ਅੱਛਾ ਵਿਆਹ ਕਿਉਂ ਕਰਾਉਣਾ? ਸਾਰੇ ਕਰਾਉਂਦੇ ਆ। ਮੈਂ ਕਿਹਾ ਅੱਛਾ ਸਾਰੇ ਕਿਉਂ ਕਰਾਉਂਦੇ ਆ? ਦੀਦੀ ਐਵੇਂ ਹੀ ਚੱਲਦਾ ਹੈ ਜੀ, ਠੀਕ ਹੈ। ਅੱਛਾ ਮੈਂ ਕਿਹਾ ਐਵੇਂ ਹੀ ਕਿਉਂ ਚੱਲਦਾ ਹੈ? ਮੰਮੀ ਪਾਪਾ ਕਹਿੰਦੇ ਆ। ਮਤਲਬ ਮੰਮੀ ਪਾਪਾ ਜ਼ੋਰ ਪਾਉਂਦੇ ਨੇ ਕਿ ਹੁਣ ਤੁਸੀਂ ਵੱਡੇ ਹੋ ਗਏ, ਚਲੋ ਵਿਆਹ ਕਰਾ ਲਓ। ਆਈ ਥਿੰਕ ਕਿਉਂਕਿ ਮੈਂ ਕਦੀ ਕਦੀ ਹੱਸ ਮਜ਼ਾਕ 'ਚ ਇਹ ਕਹਿ ਦਿੰਦੀ ਹੁੰਦੀ ਹਾਂ ਕਿ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਨਾ, ਬੋਰ ਹੋਣ ਲੱਗ ਜਾਂਦੇ ਨੇ। ਉਹਨਾਂ ਨੂੰ ਲਾਈਫ 'ਚ ਐਕਸਾਈਟਮੈਂਟ ਚਾਹੀਦੀ, ਉਹਨੂੰ ਕਹਿੰਦੇ ਨਿਆਣੇ ਤੋਰੋ, ਵਿਆਹ ਕਰਾਓ, ਹੈ ਐਕਸਾਈਟਮੈਂਟ ਲਈ ਉਹ ਵਿਆਹ ਕਰਾਉਂਦੇ ਹੈ। ਫਿਰ ਵਿਆਹ ਤੋਂ ਬਾਅਦ ਫਿਰ ਬੋਰੀਅਤ ਆਉਂਦੀ ਹੈ, ਫਿਰ ਕਹਿੰਦੇ ਚਲੋ ਬੱਚੇ ਦੀ ਵਾਰੀ। ਪਰ ਚਲੋ ਵਧੀਆ, ਤੁਸੀਂ ਇਹਨਾਂ ਚੀਜ਼ਾਂ ਚੋਂ ਨਿਕਲ ਕੇ ਵਧੀਆ ਬਿਜ਼ਨਸ ਆਪਣਾ ਚਲਾ ਰਹੇ ਹੋ। ਤੇ ਅਗਲੇ ਕੀ ਪਲਾਨਸ ਨੇ? ਅੱਗੇ ਪਲਾਨਸ ਇਹੀ ਹੈ ਕਿ 30 ਕੁੜੀਆਂ ਤੋਂ 200 ਕੁੜੀਆਂ ਕਰੀਏ ਹਾਇਰ, ਡਰਾਈਵਰਸ ਵੀ ਕੁੜੀਆਂ ਹੋਣ ਇਵੈਂਚੁਅਲੀ, ਅਤੇ ਇਸ ਯੂਨਿਟ ਦੇ ਵਿੱਚ 200 ਕੁੜੀਆਂ ਹੋਣ। ਔਰ ਆਈ ਹੋਪ ਕਿ ਸਾਡੇ ਨਾਲ ਇੰਨੇ ਕੁ ਲੋਕ ਜੁੜ ਸਕਣ ਜੋ ਹੋਰ ਇਹੋ ਜਿਹੇ ਯੂਨਿਟਸ ਖੋਲ੍ਹਣੇ ਚਾਹਣ। ਹਰ ਜਗ੍ਹਾ 'ਤੇ ਕੁੜੀਆਂ, ਇਕੱਲੇ ਪੰਜਾਬ ਦੇ ਪਿੰਡਾਂ ਨੂੰ ਨਹੀਂ, ਮਤਲਬ ਅਸੀਂ ਤਾਂ ਇੱਧਰ ਹਾਂ ਨਾਭੇ ਵਾਲੀ ਸਾਈਡ, ਜਲੰਧਰ ਚਲ ਜਾਓ, ਕਿੱਥੇ ਚਲ ਜਾਓ, ਹੈਗੇ ਨੇ ਸ਼ਹਿਰ ਜਿਹੜੇ ਪਿੰਡਾਂ ਨੂੰ ਲੱਗਦੇ ਨੇ ਜਿੱਥੇ ਲੋਕ ਇਹੋ ਜਿਹੇ ਕੇਕਸ ਖਾਣਗੇ। ਹਾਂ, ਪੂਰੀ ਕੰਟਰੀ ਦੇ ਵਿੱਚ ਹੋਣੀ ਚਾਹੀਦੀ ਹੈ ਇਹੋ ਜਿਹੀ ਸਪੇਸ ਜਿੱਥੇ ਕੁੜੀਆਂ ਨੂੰ ਸਕਿੱਲ ਦਿੱਤਾ ਜਾਏ ਬਿਨਾਂ ਉਹਨਾਂ ਦੀ ਐਜੂਕੇਸ਼ਨ ਦੇਖੇ। 12ਵੀਂ 10ਵੀਂ ਕਿਆ ਪਾਸ ਕੀਤੀ ਹੈ, ਸਿਰਫ ਉਹ ਕੰਮ ਦੀ ਉਮਰ ਦੀਆਂ ਹੋਣ, ਜੋ ਲੀਗਲ ਏਜ ਹੁੰਦੀ ਹੈ ਕੰਮ ਦੀ, ਔਰ ਉਸ ਤੋਂ ਬਾਅਦ ਆ ਕੇ ਸਾਰੀਆਂ ਕੰਮ ਕਰ ਸਕਣ। ਕਲਾਸ ਨਾ ਮੈਟਰ ਕਰੇ, ਬਹੁਤ ਇੰਪੋਰਟੈਂਟ ਚੀਜ਼ ਹੈ। ਅਸੀਂ ਇਸ ਟਾਈਮ ਰੇਸਿਜ਼ਮ, ਕਾਸਟ ਬਾਰੇ ਗੱਲ ਤਾਂ ਕਰਦੇ ਹਾਂ, ਬਟ ਕਲਾਸ ਬਾਰੇ ਨਹੀਂ ਗੱਲ ਕਰਦੇ। ਕਿ ਬੇਕਰੀ ਸਿਰਫ ਇੱਕ ਹਾਇਰ ਕਲਾਸ ਜਾਂ ਅਪਰ ਮਿਡਲ ਕਲਾਸ ਜਾਂ ਮਿਡਲ ਕਲਾਸ ਹੀ ਰਨ ਕਰ ਸਕਦੀ ਹੈ। ਇਹ ਕਲਾਸ ਦਾ ਵੀ ਸਾਨੂੰ ਨਾ ਕੀੜਾ ਉਖਾੜ ਕੇ ਬਾਹਰ ਸੁੱਟਣਾ ਪਏਗਾ ਜਦ ਅਸੀਂ ਕੇਕਡ ਵਰਗੀ ਕਮਿਊਨਿਟੀ ਬਾਰੇ ਗੱਲ ਕਰੀਏ। ਆਪਣੇ ਆਪ 'ਚ ਜਿਵੇਂ ਹੁਣ ਵੀ ਆ 30 ਜਣੇ ਨੇ, ਆਪਣੇ ਆਪ 'ਚ ਇੱਕ ਕਮਿਊਨਿਟੀ ਹੈ ਨਾ। ਕਮਿਊਨਿਟੀ ਕਿਵੇਂ ਆਪਰੇਟ ਕਰਦੀ ਹੈ? ਅਗੇਨ ਵੈਲਿਊ ਦੇ ਵਿੱਚ ਇਕੁਆਲਿਟੀ ਆ ਜਾਂਦਾ। ਤਾਂ ਕੋਈ ਇੱਥੇ ਮਤਲਬ ਐਟਲੀਸਟ ਜਿੱਥੇ ਤੱਕ ਮੇਰਾ ਹਿਸਾਬ ਕਿਤਾਬ ਹੈ ਕਿ ਇੱਥੇ ਕੋਈ ਐਵੇਂ ਨਹੀਂ ਕਹਿ ਸਕਦਾ ਜੀ ਇੱਥੇ ਬੈਠ ਕੇ ਅਸੀਂ ਚਾਹ ਨਹੀਂ ਪੀਵਾਂਗੇ, ਇਹਦੇ ਨਾਲ ਬੈਠ ਕੇ ਚਾਹ ਨਹੀਂ ਪੀਵਾਂਗੇ ਜਾਂ ਰੋਟੀ ਨਹੀਂ ਖਾਵਾਂਗੇ। ਨਾ ਅਸੀਂ ਕਰ ਸਕਦੇ, ਨਹੀਂ ਕਰ ਸਕਦੇ। ਜਿਹਨੇ ਕਰਤਾ ਉਹਨੂੰ ਫਿਰ ਸਤਿ ਸ਼੍ਰੀ ਅਕਾਲ ਹੈ ਜੀ, ਬਾਹਰ ਜਾਓ। ਅਸੀਂ ਕਿਸੇ ਨੂੰ ਨਾ ਨਹੀਂ ਕੀਤੀ ਇੱਥੇ ਕੰਮ ਕਰਨ ਤੋਂ, ਪਰ ਜੋ ਸਾਡੀ ਇਕੁਆਲਿਟੀ ਦੇ ਅਗੇਂਸਟ ਖੜਾ ਹੈ ਉਹਨਾਂ ਵੱਲ ਤਾਂ ਮੈਨੂੰ ਨੇ ਕਿਹਾ ਸਤਿ ਸ਼੍ਰੀ ਅਕਾਲ ਹੈ। ਬਿਲਕੁਲ। ਪਰ ਤੁਹਾਡੇ ਬਿਜ਼ਨਸ ਦੇ ਚਲੋ ਕੇਕਸ ਤਾਂ ਬਹੁਤ ਸੋਹਣੇ ਹੁੰਦੇ ਹੀ ਨੇ, ਪਰ ਮੈਨੂੰ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਉਹ ਇਹ ਹੈ ਵੀ ਜਿਹੜਾ ਤੁਸੀਂ ਹਰ ਚੀਜ਼ ਮੈਨੇਜ ਕਰਕੇ ਚੱਲਦੇ ਹੋ। ਹਰ ਇੱਕ ਚੀਜ਼ ਤੁਸੀਂ ਮੈਨੇਜ ਕੀਤੀ ਹੋਈ ਹੈ ਕਿ ਇਹ ਇੱਦਾਂ ਹੋਏਗਾ, ਅਤੇ ਉਹਨਾਂ ਨੂੰ ਅਗਰ ਸਮਝਾਉਣਾ ਵੀ ਹੈ ਮੈਂਟਲੀ ਕਿਵੇਂ ਤੁਸੀਂ ਉਹਨਾਂ ਨੂੰ ਸੈੱਟ ਰੱਖ ਸਕਦੇ ਹੋ, ਸਾਰਾ ਕੁਝ ਤੁਸੀਂ ਸੋਚ ਸਮਝ ਕੇ ਚੱਲਦੇ ਹੋ। ਇਹਦੀ ਮਤਲਬ ਸੋਚ ਸਮਝ ਕੇ ਹਮੇਸ਼ਾ ਤੋਂ ਐਵੇਂ ਨਹੀਂ ਹੋਇਆ। ਮਤਲਬ ਸੀਗਾ ਬਹੁਤ ਵਾਰ ਕਿ ਮੈਂ ਨਜਾਇਜ਼ ਗੁੱਸਾ ਕੀਤਾ ਕੁਝ ਕੁੜੀਆਂ 'ਤੇ ਕੁਝ ਗਲਤ ਚੀਜ਼ਾਂ ਕਰਨ ਕਰਕੇ, ਜਾਂ ਮੈਂ ਬਹੁਤ ਵਾਰ ਗਲਤ ਡਿਸੀਜ਼ਨਸ ਲਿੱਤੇ ਕੁਝ ਚੀਜ਼ਾਂ ਨੂੰ ਹੋਣ ਕਰਕੇ। ਪਰ ਇਹ ਆਂਦੀ ਚੀਜ਼ ਕਿੱਥੋਂ ਹੈ? ਮਤਲਬ ਜੇ ਅੰਦਰੋਂ ਆਵੇ ਨਾ ਆਵਾਜ਼ ਕਿ ਅਸੀਂ ਬੈਟਰ ਕਰਨਾ ਅਤੇ ਉਸ 'ਚੋਂ ਹੀ ਆਉਂਦੀ ਹੈ। ਅਤੇ ਓਵਰ ਅ ਪੀਰੀਅਡ ਆਫ ਟਾਈਮ ਬਹੁਤ ਸਾਲ ਲੱਗ ਗਏ ਸਮਝਦੇ ਹੋਏ ਕਿ ਔਰਗੇਨਾਈਜ਼ ਕਿਵੇਂ ਹੋਏਗਾ। ਹਲੇ ਵੀ ਮਤਲਬ ਕਿੰਨੇ ਹੋਰ ਸਟੈਪਸ ਹੈ ਸਾਡੇ ਕੋਲ ਇਹਨੂੰ ਹੋਰ ਔਰਗੇਨਾਈਜ਼ ਕਰਨ ਦੇ। ਬਟ ਐਵੇਂ ਨਹੀਂ ਹੋ ਸਕਦਾ ਤੁਸੀਂ ਹੱਟੀ 'ਤੇ ਆ ਕੇ ਬਹਿ ਜਾਓ ਤਾਂ ਦਿਮਾਗ ਨਾ ਲਾਓ। ਮਤਲਬ ਅਗਰ ਅਸੀਂ ਆ ਕੇ ਇੱਕ ਟਾਈਮ 'ਤੇ ਤਾਂ ਫਿਰ ਹੱਟੀ ਦੇ ਵੀ ਧੂਲ ਜੰਮ ਜਾਂਦੀ। ਬਿਲਕੁਲ ਜੰਮ ਜਾਏਗੀ, ਬਿਲਕੁਲ ਜੰਮ ਜਾਏਗੀ। ਸਹੀ ਗੱਲ।
ਤੇ ਹੁਣ ਤੁਸੀਂ ਮਤਲਬ ਮੈਨੂੰ ਇਹ ਦੱਸੋ ਵੀ ਹੁਣ ਤੱਕ ਦਾ ਤੁਹਾਡਾ ਸਭ ਤੋਂ ਵਧੀਆ ਐਕਸਪੀਰੀਅੰਸ ਕਿਹੜਾ ਸੀਗਾ ਵੀ ਕਿਸੇ ਕਲਾਇੰਟ ਨੇ ਕੇਕ ਲਿਆ ਹੋਵੇ ਤੇ ਬਹੁਤ ਜ਼ਿਆਦਾ ਤਾਰੀਫ ਕੀਤੀ ਹੋਵੇ ਤੇ ਤੁਹਾਨੂੰ ਹੁਣ ਤੱਕ ਯਾਦ ਹੋਵੇ? ਨੋ ਡਾਊਟ ਤੁਹਾਡੇ ਮੈਨੂੰ ਲੱਗਦਾ ਸਿੰਗਰਸ ਕੋਲ ਵੀ ਕੇਕ ਗਏ ਨੇ, ਸੈਲੀਬ੍ਰਿਟੀਜ਼ ਤੁਹਾਡੇ ਆਉਂਦੇ ਨੇ, ਕੋਈ ਐਕਸਪੀਰੀਅੰਸ ਇਵੇਂ ਦਾ ਸ਼ੇਅਰ ਕਰਨਾ ਚਾਹੁੰਦੇ ਹੋ? ਇੱਕ ਐਕਸਪੀਰੀਅੰਸ ਹੈਗਾ ਹੈ, ਬਹੁਤ ਵਧੀਆ ਕੰਪਲੀਮੈਂਟ ਦਿੱਤਾ ਸੀ, ਇਸ ਚੀਜ਼ ਬਾਰੇ ਨਹੀਂ ਹੈ ਬਟ ਬਹੁਤ ਵਧੀਆ ਐਕਸਪੀਰੀਅੰਸ ਹੈ ਇਸ ਚੀਜ਼ ਬਾਰੇ ਕਿ ਇੱਕ ਵਾਰ ਨਾ ਕਿਸੇ ਦਾ ਕੇਕ ਡਰਾਈਵਰ ਨੇ ਨਾ ਪਟਿਆਲੇ ਵਾਲਾ ਕੇਕ ਚੰਡੀਗੜ੍ਹ ਦਿੱਤਾ ਸੀ, ਚੰਡੀਗੜ੍ਹ ਵਾਲਾ ਪਟਿਆਲੇ ਦਿੱਤਾ ਸੀਗਾ ਕੇਕ। ਤੇ ਮਨਪ੍ਰੀਤ ਔਰ ਮੈਂ ਭੱਜੇ ਇੱਧਰੋਂ ਪਟਿਆਲੇ ਤੋਂ ਲੈ ਕੇ ਕੇਕ ਉਹ, ਤੇ ਇੰਨੀ ਤੇਜ਼ ਮੈਂ ਗੱਡੀ ਚਲਾ ਰਹੀ ਕਿਉਂਕਿ ਉਹਦੀ ਪਾਰਟੀ ਲੇਟ ਹੋ ਰਹੀ ਸੀਗੀ। ਤੇ ਉਹ ਜਿਹੜੀ ਲੇਡੀ ਜਿਨ੍ਹਾਂ ਨੇ ਕੇਕ ਬੁੱਕ ਕੀਤਾ ਸੀਗਾ ਇੰਨੇ ਸਵੀਟ ਸੀਗੇ, ਮੈਨੂੰ ਨਾ ਪਰਸਨਲੀ ਇੰਨਾ ਗਿਲਟ ਹੋ ਰਿਹਾ ਸੀਗਾ ਕਿ ਉਹਦਾ ਕੇਕ ਲੇਟ ਹੋਇਆ ਤੇ ਇਹੋ ਜਿਹੀ ਚੀਜ਼ ਕਿਉਂ ਹੋ ਗਈ। ਤੇ ਮੈਂ ਲੈ ਕੇ ਕੇਕ ਬਹੁਤ ਤੇਜ਼ ਗੱਡੀ ਚਲਾਈ ਜੋ ਨਹੀਂ ਕਰਨੀ ਚਾਹੀਦੀ ਸਾਨੂੰ ਕਿਸੇ ਨੂੰ ਵੀ, ਪਲੀਜ਼ ਸਪੀਡ ਲਿਮਿਟ 'ਚ ਹੀ ਚਲਾਇਓ ਗੱਡੀ। ਤੇ ਬਾਏ ਦਾ ਟਾਈਮ ਅਸੀਂ ਉੱਥੇ ਪਹੁੰਚੇ ਫਿਰ ਦੇਖਾਂ ਉੱਪਰੋਂ ਨਾ ਕੇਕ ਕਰੈਕ ਹੋ ਗਿਆ। ਜ਼ਿਆਦਾ ਡੈਮੇਜ ਨਹੀਂ ਹੋਈ ਸੀ ਬਟ ਕੇਕ ਕਰੈਕ ਹੋ ਗਿਆ ਸੀ ਔਰ ਮੈਨੂੰ ਦਿਖ ਰਿਹਾ ਸੀਗਾ। ਮੈਂ ਉੱਧਰ ਲੈ ਕੇ ਗਈ ਕੇਕ, ਇੰਨੇ ਸਟ੍ਰੈਸ 'ਚ ਸੀਗੀ ਮੈਂ, 2 ਘੰਟੇ ਗੱਡੀ ਚਲਾਈ ਤੇ ਕੇਕ ਉਹਦਾ ਲੇਟ ਹੋ ਰਿਹਾ ਸੀ, ਬਾਰ-ਬਾਰ ਫੋਨ ਆ ਰਿਹਾ ਸੀਗਾ, ਮੈਨੂੰ ਬਹੁਤ ਗਿਲਟ ਸੀਗਾ। ਤੇ ਜਦੋਂ ਮੈਂ ਉੱਥੇ ਪਹੁੰਚੀ ਦੇਖਿਆ ਕਰੈਕ ਹੋ ਗਿਆ, ਉਹਨਾਂ ਨੂੰ ਮੈਂ ਕੇਕ ਹੈਂਡ ਓਵਰ ਕਰ ਰਹੀ ਸੀਗੀ, ਮੈਨੂੰ ਰੋਣਾ ਆ ਗਿਆ ਤੇ ਮੈਂ ਸੌਰੀ ਬੋਲ ਰਹੀ ਸੀ। ਮੈਂ ਕਿਹਾ ਮੈਂ ਪੈਸੇ ਨਹੀਂ ਲੈ ਸਕਦੀ ਤੁਹਾਡੇ ਤੋਂ, ਮੈਂ ਬਹੁਤ 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 ਸੌਰੀ ਫੀਲ ਕਰ ਰਹੀ ਹਾਂ ਕਿ ਇੱਦਾਂ ਹੋ ਗਿਆ ਤੁਹਾਡੇ ਕੇਕ ਨਾਲ, ਸਾਡੀ ਇੰਟੈਂਸ਼ਨ ਨਹੀਂ ਸੀਗੀ। ਮੈਨੂੰ ਲੱਗਿਆ ਕਿ ਅੱਗੇ ਤੋਂ ਆਏਗਾ ਕਿ ਤੁਸੀਂ ਐਵੇਂ ਕਿਵੇਂ ਕਰਤਾ, ਤੁਹਾਨੂੰ ਪੈਸੇ ਦਿੱਤੇ ਹੈ, ਵਧੀਆ ਕੰਮ ਕਰਨਾ ਚਾਹੀਦਾ, ਇੰਨਾ ਮਹਿੰਗਾ ਕੇਕ ਹੈ ਤੁਹਾਡਾ, ਫਿਰ ਐਵੇਂ ਚੀਜ਼ ਕਿਵੇਂ ਹੋ ਸਕਦੀ ਹੈ। ਉਹਨਾਂ ਨੇ ਮੈਨੂੰ ਦੇਖ ਕੇ ਨਾ ਰੋਂਦੇ, ਉਹਨਾਂ ਨੇ ਮੈਨੂੰ ਹੱਗ ਕਰ ਲਿਆ, ਕਹਿੰਦੇ ਕੋਈ ਨਾ ਇਹ ਤਾਂ ਚੀਜ਼ ਹੋ ਜਾਂਦੀ ਹੈ, ਕਹਿੰਦੇ ਤੁਸੀਂ ਮਿਹਨਤ ਤਾਂ ਕੀਤੀ ਹੈ, ਚਾਹੇ ਕੇਕ ਥੋੜ੍ਹਾ ਜਿਹਾ ਟੁੱਟ ਗਿਆ ਪਰ ਮਿਹਨਤ ਤਾਂ ਕੀਤੀ, ਕਹਿੰਦੇ ਪੈਸੇ ਲੈ ਲਓ। ਮੈਂ ਕਿਹਾ ਨਹੀਂ ਲੈ ਸਕਦੀ ਮੈਂ। ਹੋਰ ਉਹਨਾਂ ਨੇ ਮੈਨੂੰ ਫੜ ਕੇ ਰੱਖਿਆ ਜਦ ਤੱਕ ਮੈਂ ਚੁੱਪ ਨਹੀਂ ਹੋਈ, ਰੋਣਾ ਨਹੀਂ ਮੇਰਾ ਜਦ ਤੱਕ ਚੁੱਪ ਹੋਇਆ। ਤਾਂ ਆਈ ਥਿੰਕ ਮੈਂ ਆਪਣੀ ਗ੍ਰੇਵ ਤੱਕ ਲੈ ਕੇ ਜਾਊਂਗੀ ਐਕਸਪੀਰੀਅੰਸ ਕਿ ਕਿੰਨੇ ਸਵੀਟ ਲੋਕ ਹੈ ਆਊਟ ਦੇਰ। ਹੋਰ ਇਹੋ ਜਿਹੇ ਐਕਸਪੀਰੀਅੰਸਿਸ ਬਹੁਤ ਹੁੰਦੇ ਆ, 99% ਇਹੋ ਜਿਹੇ ਹੀ ਐਕਸਪੀਰੀਅੰਸ ਹੁੰਦੇ ਜਿਹਦੇ ਵਿੱਚ ਸਾਡੇ ਕੋਲ ਇੰਨੇ ਸਵੀਟ ਲੋਕ ਹੁੰਦੇ ਆ ਨਾ, ਜਿਹੜੇ ਇੰਨੇ ਅੰਡਰਸਟੈਂਡਿੰਗ ਹੁੰਦੇ ਆ, ਬਟ ਜਿਹੜਾ 1% ਹੈ ਨਾ ਉਹ ਮੈਂਟਲ ਹੈਲਥ ਹੈਂਪਰ ਕਰ ਦਿੰਦੇ ਆ। ਤੇ ਹੁਣ ਤੱਕ ਤੁਹਾਡੇ ਕੋਲੋਂ ਕਿਹੜੇ ਸਿੰਗਰਸ ਜਿਹੜੇ ਨੇ ਉਹ ਕੇਕ ਮੰਗਵਾ ਚੁੱਕੇ ਨੇ? ਮੈਨੂੰ ਮੈਂ ਦੱਸਦੀ ਹਾਂ, ਐਵੇਂ ਕਿਵੇਂ ਨਹੀਂ ਪਤਾ ਹੋਊਗਾ, ਮੈਂ ਦੱਸਦੀ ਹਾਂ, ਮੈਂ ਰੱਟੇ ਹੋਏ ਆ ਨਾਮ, ਠੀਕ ਹੈ। ਗਿੱਪੀ ਗਰੇਵਾਲ, ਸਿੱਧੂ ਮੂਸੇਵਾਲਾ, ਸ਼ੈਰੀਮਾਨ, ਜਾਰਡਨ ਸੰਧੂ ਜੀ ਦਾ ਵੀ ਕੇਕ ਗਿਆ ਸੀ। ਸਭ ਤੋਂ ਸਾਡੇ ਬੰਟੀ ਬੈਂਸ ਜੀ ਦਾ ਗਿਆ ਸੀ, ਉਹਨਾਂ ਦੀ ਬੇਟੀਆਂ ਦਾ ਤਾਂ ਜਾਂਦੇ ਹੀ ਹੈ ਕੇਕ ਟੇਬਲਸ। ਤੇ ਹੋਰ ਕਿਹੜੇ ਨਵਨੀਤ, ਉਹਨਾਂ ਦਾ ਨਵਜੋਤ ਸਿੱਧੂ ਜੀ ਦਾ ਵੀ ਗਿਆ ਸੀ ਕੇਕ, ਐਨੀਵਰਸਰੀ ਕੇਕ ਦਾ ਗਿਆ ਸੀ, ਠੀਕ ਹੈ। ਤਾਂ ਬਹੁਤ ਵਾਰ ਐਵੇਂ ਹੁੰਦਾ ਹੈ ਕਿ ਨਵਨੀਤ ਜਿਵੇਂ ਕਹਿ ਰਹੀ ਹੈ ਇਹਨੂੰ ਪਤਾ ਨਹੀਂ ਹੋਣਾ, ਮੈਨੂੰ ਵਾਕਈ ਨਹੀਂ ਪਤਾ ਹੁੰਦਾ। ਕਿਉਂਕਿ ਮੈਂ ਡਰਾਈਵਰ, ਕਿਉਂਕਿ ਸੈਲੈਬ੍ਰਿਟੀ ਕਦੀ ਫੋਨ ਕਰਕੇ ਇਹ ਨਹੀਂ ਕਹਿੰਦੇ ਕਿ ਅਸੀਂ ਜੀ ਆਹ ਸੈਲੈਬ੍ਰਿਟੀ ਬੋਲ ਰਹੇ ਸਾਨੂੰ ਡਿਸਕਾਊਂਟ ਦੇ ਦਿਓ, ਨਹੀਂ ਕਹਿੰਦੇ, ਠੀਕ ਹੈ। ਯੂਜੂਅਲੀ ਕੋਈ ਉਹਨਾਂ ਲਈ ਕੇਕ ਆਰਡਰ ਕਰ ਰਹੇ ਹੁੰਦੇ, ਜੇ ਆਪ ਕਰ ਰਹੇ ਹੁੰਦੇ ਨੇ ਐਟਲੀਸਟ ਡਿਸਕਾਊਂਟ ਐਵੇਂ ਮੰਗਦੇ ਨਹੀਂ ਆ, ਦੱਸਦੇ ਨਹੀਂ। ਤਾਂ ਸਾਡੇ ਡਰਾਈਵਰ ਜੇ ਚਲੇ ਜਾਣਗੇ, ਕੁੜੀਆਂ ਕਦੀ ਡਿਲੀਵਰੀ ਦੇਣ ਗਈਆਂ ਨੇ, ਉਹ ਕਹਿਣਗੇ ਦੀਦੀ ਤੁਹਾਨੂੰ ਪਤਾ ਸੀ ਕਿਹਦਾ ਕੇਕ ਗਿਆ ਹੈ, ਕਹਿੰਦੀ ਫਿਰ ਸਾਨੂੰ ਐਵੇਂ ਪਤਾ ਚੱਲਦਾ ਕਿ ਅੱਛਾ ਇਹਨਾਂ ਦਾ ਵੀ ਕੇਕ ਗਿਆ ਸੀਗਾ, ਸਾਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਦ ਜਾਣ ਲੱਗ ਗਏ ਕੇਕਸ। ਪਤਾ ਵੀ ਨਹੀਂ ਹੋਏਗਾ ਸਾਨੂੰ, ਅੱਧੀ ਚੀਜ਼ਾਂ ਦੇ ਬਾਰੇ ਪਤਾ ਹੀ ਨਹੀਂ ਹੋਏਗਾ ਕਿਉਂਕਿ ਨੋਬਡੀ ਪਿਕਸ ਅਪ देयर ਫੋਨ ਐਂਡ ਸੇ ਕਿ ਮੈਂ ਸੋ ਐਂਡ ਸੋ, ਕੋਈ ਦੱਸੇਗਾ ਨਹੀਂ ਨਾ। ਹੰਬਲ ਹੁੰਦਾ ਆਈ ਥਿੰਕ ਸਾਡੇ, ਹਾਂ ਬਿਲਕੁਲ ਉਹਨਾਂ ਨੇ ਵੀ ਸਕ੍ਰੈਚ ਤੋਂ ਤੇ ਉਹ ਵੀ ਹੰਬਲ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਬਿਗਨਿੰਗਸ ਕਿੱਧਰੋਂ ਹੁੰਦੀਆਂ। ਤੇ ਉਹ ਫੋਨ ਕਰਕੇ ਕਦੀ ਇਹ ਨਹੀਂ ਕਹਿੰਦੇ ਮੈਂ ਸ਼ੈਰੀਮਾਨ ਬੋਲ ਰਿਹਾ, ਮੈਨੂੰ ਪਲੀਜ਼ ਡਿਸਕਾਊਂਟ ਦਿਓ। ਹਾਂ, ਬਹੁਤ ਜ਼ਿਆਦਾ ਵਧੀਆ ਲੱਗਿਆ ਪਰਸਨਲੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਜ਼ਿਆਦਾ ਵਧੀਆ ਲੱਗਿਆ। ਤੇ ਹੁਣ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਤਾਂ ਬਹੁਤ ਸਾਰੇ ਮੈਸੇਜ ਦੇ ਚੁੱਕੀ ਹਾਂ, ਮੈਂ ਤਾਂ ਜਿਹੜਾ ਮੰਨ ਨਹੀਂ ਲੈਣਾ, ਮੇਰਾ ਮੰਨ ਲੈਣਾ, ਇਹਨਾਂ ਨੂੰ ਪਤਾ ਵਿਆਹ ਵਾਲਾ ਮੰਨਣਗੇ ਨਹੀਂ। ਮੈਂ ਤਾਂ ਇਹੀ ਕਹੂੰਗੀ ਕਿ ਕੁੜੀਆਂ ਨੂੰ ਪਲੀਜ਼ ਆਪਣੀਆਂ ਨੂੰ ਕੋਈ ਨਾ ਕੋਈ ਸਕਿੱਲ ਦਿਵਾਓ, ਕੰਮ ਕਰਾਓ ਐਂਡ ਫਰੀਡਮ ਇੰਨਾ ਦਿਓ ਕਿ ਉਹ ਤੁਹਾਨੂੰ ਸ਼ਾਈਨ ਕਰਕੇ ਦਿਖਾਣ, ਮੁੰਡਿਆਂ ਨਾਲੋਂ ਜ਼ਿਆਦਾ ਸ਼ਾਈਨ ਕਰਕੇ ਦਿਖਾਣਗੀਆਂ। ਤੇ ਤੁਸੀਂ? ਮੈਨੂੰ ਇਕੁਆਲਿਟੀ ਮੁੰਡਿਆਂ ਨਾਲ ਹੀ ਉਨੀ ਹੀ ਸ਼ਾਈਨ ਕਰਨਗੀਆਂ। ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਹਰ ਚੀਜ਼
ਦੁਨੀਆ ਵਿੱਚ, ਵਰਲਡ ਵਿੱਚ, ਸੋਸਾਇਟੀ ਵਿੱਚ ਇੱਕ ਚੋਇਸ ਹੋਣੀ ਚਾਹੀਦੀ ਹੈ। ਕੋਈ ਚੀਜ਼ ਥੋਪੀ ਨਹੀਂ ਜਾ ਸਕਦੀ। ਮੇਰਾ ਖਾਣ ਦਾ ਮਨ ਐਪਲ ਹੈ ਜਾਂ ਗ੍ਰੇਪ ਹੈ, ਮੇਰੀ ਚੋਇਸ ਹੋਣੀ ਚਾਹੀਦੀ ਹੈ ਉਹ। ਕੋਈ ਮੈਨੂੰ ਧੱਕੇ ਨਾਲ ਕੁਝ ਖਿਲਾ ਨਹੀਂ ਸਕਦਾ, ਉਵੇਂ ਹੀ ਕੋਈ ਮੈਨੂੰ ਧੱਕੇ ਨਾਲ ਕੋਈ ਚੀਜ਼ ਕਰਵਾ ਨਹੀਂ ਸਕਦਾ। ਇਹ ਚੀਜ਼, ਇਹ ਫਰੀडम ਆਫ ਚੋਇਸ ਅੰਦਰੋਂ ਫੀਲ ਕਰੋ ਤੇ ਹੋਰਾਂ ਨੂੰ ਵੀ ਫੀਲ ਕਰਨ ਦਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਸਪੈਸ਼ਲ ਟਾਈਮ ਕੱਢਣ ਦੇ ਲਈ ਸਾਡੇ ਲਈ। ਥੈਂਕ ਯੂ। ਤਾਂ ਤੁਹਾਨੂੰ ਸਾਡੀ ਇਹ ਇੰਟਰਵਿਊ ਕਿਵੇਂ ਦੀ ਲੱਗੀ, ਕਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ, ਕਿਹੜੀਆਂ ਗੱਲਾਂ ਨਾਲ ਤੁਸੀਂ ਐਗਰੀ ਕਰਦੇ ਹੋ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਨਾ ਭੁੱਲਣਾ। ਤੇ ਕੇਕਡ ਇੰਡੀਆ ਨਾਲ ਜੁੜਨ ਦੇ ਲਈ ਤੁਸੀਂ ਇਹਨਾਂ ਦਾ ਇੰਸਟਾਗ੍ਰਾਮ ਪੇਜ ਜ਼ਰੂਰ ਫੋਲੋ ਕਰਨਾ, ਉਹ ਆਪਾਂ ਮੈਂਸ਼ਨ ਕਰ ਦਾਂਗੇ। ਬਾਕੀ ਮਿਲਦੇ ਰਵਾਂਗੇ ਹੋਰ ਨਵੀਂ ਅਤੇ ਤਾਜ਼ਾ ਅਪਡੇਟ ਲਈ। ਤੁਸੀਂ ਸਕਾਈ ਨਿਊਜ਼ ਪੰਜਾਬ ਦੇ ਨਾਲ ਬਣੇ ਰਹੋ।